कि बाबा बंदा सिंह बहादुर बारे मैं जितना शुरू किया सिख धर्म बहुत कन्फ्यूजन है ਜਦੋਂ ਬੰਦਈ ਸਿੱਖਾਂ ਤੇ ਦੂਜਾ ਫਰਕ ਪਿਆ ਬਾਬਾ ਵਿਨੋਦ ਸਿੰਘ ਹਰਾਂ ਦੇ ਵਿੱਚ ਉਦੋਂ ਤੋਂ ਲੈ ਕੇ ਹੀ ਮਤਲਬ ਬਾਬਾ ਬੰਦਾ ਬਹਾਦਰ ਨੂੰ ਕਿਤੇ ਨਾ ਕਿਤੇ ਇਗਨੋਰ ਕੀਤਾ ਗਿਆ। ਤਾਂ ਸਾਡੇ ਮੇਰੇ ਫਾਦਰ ਸਾਹਿਬ ਆਰਮੀ 'ਚ ਰਹੇ ਤਾਂ ਇੱਕ ਅੰਗੀਠੀ ਤੇ ਫੋਟੋ ਰੱਖੀ ਹੁੰਦੀ ਸੀ। ਉਹਨਾਂ ਨੇ ਕਹਿਣਾ ਇਹ ਬੜੇ ਵੱਡੇ ਯੋਧੇ ਹੋਏ ਨੇ, ਬੜੇ ਸੂਰਬੀਰ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ, ਤੇ ਬੈਰਾਗੀ ਵੀ ਲੱਗਦਾ ਸੀ ਸ਼ਬਦ ਹਾਂਜੀ ਉਹਨਾਂ ਦੇ ਨਾਂ ਤੋਂ। ਤੇ ਚਲੋ ਇੰਨੀ ਕੀ ਗੱਲ ਸੀ ਜੇ ਮੈਂ ਕਿ ਸਾਨੂੰ ਕੋਈ ਇਦੋਂ ਮਹਾਂ ਗਿਆਨ ਨਹੀਂ ਸੀਗਾ ਇੰਨਾ ਸੀ। ਇਹ ਸਾਡੇ ਲੋਕਾਂ ਦੀ ਸੋਚ ਬੜੀ ਛੋਟੀ ਹੈ। ਜੋ ਤੁਹਾਨੂੰ ਉਹਨਾਂ ਦੇ ਵਰਡ ਦੱਸਦਾ, ਅਸੀਂ ਜਾਤਾਂ ਗੋਤਾਂ 'ਚ ਪੈ ਕੇ ਸੂਰਬੀਰਾਂ ਦੀ ਬਹਾਦਰੀ ਭੁੱਲ ਜਾਂਦੇ ਹਾਂ, ਉਹਨਾਂ ਦੀ ਸਮਾਜ ਨੂੰ ਦੇਣ ਭੁੱਲ ਜਾਂਦੇ ਹਾਂ। ਵੀ ਕੋਈ ਇਹਨੂੰ ਰਾਜਪੂਤ ਕਰਕੇ ਛੱਡਤਾ, ਕਿਸੇ ਨੇ ਬੈਰਾਗੀ ਕਰਕੇ ਛੱਡਤਾ, ਕਿਸੇ ਨੇ ਭਾਰਤਵਾਜ ਕਰਕੇ ਛੱਡਤਾ। 12 ਮਈ 1710 ਨੂੰ ਰਾਜ ਸਥਾਪਿਤ ਹੁੰਦਾ, ਕਿੱਡੀ ਵੱਡੀ ਗੱਲ ਹੈ। ਪੌਣੇ 2 ਸਾਲ 'ਚ 700 ਸਾਲਾਂ ਦੇ ਰਾਜ ਦਾ ਖਾਤਮਾ ਕਰਨਾ ਐਡਾ ਵੱਡੀ ਮੈਂ ਸਮਝਦਾ ਉਹਨਾਂ ਦੀ ਦੇਣ ਹੈ। ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਸਕਰੀਨ ਤੇ ਤੁਸੀਂ ਵੇਖ ਲਿਆ ਮੇਰੇ ਨਾਲ ਨੇ ਕ੍ਰਿਸ਼ਨ ਕੁਮਾਰ ਬਾਵਾ ਜੀ। ਉਹਨਾਂ ਦੀ ਜਾਣ ਪਛਾਣ ਸ਼ਾਇਦ ਕਿ ਮੈਨੂੰ ਕਰਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ, ਆਪਾਂ ਸਾਰੇ ਪੰਜਾਬੀ ਜਾਣਦੇ ਹਾਂ, ਉਹਨਾਂ ਦੇ ਕੰਮ ਨੂੰ ਵੀ ਜਾਣਦੇ ਹਾਂ। ਉਹਨਾਂ ਦਾ ਜਿਹੜਾ ਲੰਬੇ ਸਮੇਂ ਤੋਂ ਇੱਕ ਜੱਦੋ-ਜਹਿਦ ਹੈ, ਪਿਛਲੀ ਤਸਵੀਰ ਤੋਂ ਵੀ ਤੁਸੀਂ ਦੇਖ ਹੀ ਰਹੇ ਹੋਗੇ, ਬਾਬਾ ਬੰਦਾ ਸਿੰਘ ਬਹਾਦਰ ਬਾਰੇ ਉਹਨਾਂ ਦਾ ਕੰਮ ਲਗਾਤਾਰ ਉਹ ਕਰੀ ਜਾ ਰਿਹਾ। ਬਾਬਾ ਬੰਦਾ ਬਹਾਦਰ ਇੱਕ ਐਸਾ ਜਰਨੈਲ ਜਾਂ ਇੱਕ ਪਹਿਲਾ ਬਾਦਸ਼ਾਹ ਹੋਇਆ ਜਿਹਦੇ ਬਾਰੇ ਸਿੱਖ ਧਰਮ ਦੇ ਵਿੱਚ ਬੜੇ ਕਨਫਿਊਜ਼ਨ ਨੇ। ਕੁਝ ਜਾਣਬੁੱਝ ਕੇ ਪਾਏ ਗਏ ਹੋਣਗੇ ਅਤੇ ਕੁਝ ਸਮੇਂ-ਸਮੇਂ ਜਿਸ ਤਰ੍ਹਾਂ ਦੀ ਸਾਡੀ ਸਿਆਸਤ ਹੁੰਦੀ ਆ ਉਹਦੇ ਵਿੱਚ ਪਏ। ਬਾਬਾ ਬੰਦਾ ਬਹਾਦਰ ਇੱਕ ਅਣਗੌਲਿਆ ਸਾਡਾ ਅਮੁੱਲਕ ਹੀਰਾ ਹੈ। ਕਿਤੇ ਨਾ ਕਿਤੇ ਹੈਰਾਨੀ ਹੁੰਦੀ ਆ ਕਿ ਮੈਂ ਬਹੁਤ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਹਾ ਜਾਂਦਾ ਹੈ ਕਿ ਯੂਨੀਵਰਸਿਟੀਆਂ ਵੱਡੇ ਵੱਡੇ ਵਿਦਵਾਨ ਜਿਹੜੇ ਆ ਉਹ ਖੋਜ ਕਾਰਜ ਕਰਦੇ ਆ, ਅਤੇ ਜਿਹੜੇ ਭਰਮ ਭੁਲੇਖੇ ਬਾਬਾ ਬੰਦਾ ਬਹਾਦਰ ਬਾਰੇ ਪਏ ਹੋਏ ਆ ਪੰਜਾਬ ਦੇ ਵਿੱਚ। ਹੁਣ ਪਹਿਲਾਂ ਤਾਂ ਅਸੀਂ 3 ਜਾਂ 4 ਯੂਨੀਵਰਸਿਟੀਜ਼ ਕਹਿੰਦੇ ਸੀ, ਹੁਣ ਤਾਂ ਬਹੁਤ ਸਾਰੀਆਂ ਯੂਨੀਵਰਸਿਟੀ ਜਿਹੜੀਆਂ ਪ੍ਰਾਈਵੇਟ ਵੀ ਬਣ ਗਈਆਂ। ਭਾਵੇਂ ਰੁਝਾਨ ਸਾਡੇ ਬਦਲ ਗਏ, ਪਰ ਸਰਚ ਕਰਕੇ ਵਿਦਵਾਨਾਂ ਦਾ ਕੰਮ ਹੈ ਕਿ ਉਹ ਜਿਹੜੇ ਭਰਮ ਭੁਲੇਖੇ ਆ ਉਹ ਦੂਰ ਕੀਤੇ ਜਾਣ। ਜੇ ਅੱਜ ਦੇ ਸਮੇਂ 'ਚ ਉਹ ਦੂਰ ਨਹੀਂ ਹੁੰਦੇ ਤਾਂ ਫਿਰ ਉਹ ਕਦੋਂ ਹੋਣਗੇ? ਇਹਨਾਂ ਮੁੱਦਿਆਂ 'ਤੇ ਅਸੀਂ ਬਾਬਾ ਜੀ ਨਾਲ ਕੋਈ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਬਾਬਾ ਜੀ ਤੁਹਾਡਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ। ਬਾਬਾ ਜੀ ਮੇਰਾ ਪਹਿਲਾ ਤਾਂ ਸਵਾਲ ਇਹ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਮੈਂ ਜਿੱਦਾਂ ਸ਼ੁਰੂ ਕਿਹਾ ਸਿੱਖ ਧਰਮ 'ਚ ਬਹੁਤ ਕਨਫਿਊਜ਼ਨ ਹੈ। ਕੁਝ ਲੋਕ ਸ਼ੁਰੂ ਤੋਂ ਹੀ ਜਦੋਂ ਬਾਬਾ ਜੀ ਸੀਗੇ ਵੀ ਅਤੇ ਬਾਬਾ ਜੀ ਦੇ ਜਾਣ ਤੋਂ ਬਾਅਦ ਵੀ ਜਦੋਂ ਬੰਦਈ ਸਿੱਖਾਂ ਅਤੇ ਦੂਜਾ ਆਪਣੇ ਫਰਕ ਪਿਆ ਬਾਬਾ ਵਿਨੋਦ ਸਿੰਘ ਹਰਾਂ ਦੇ ਵਿੱਚ, ਉਦੋਂ ਤੋਂ ਲੈ ਕੇ ਹੀ ਮਤਲਬ ਬਾਬਾ ਬੰਦਾ ਬਹਾਦਰ ਨੂੰ ਕਿਤੇ ਨਾ ਕਿਤੇ ਇਗਨੋਰ ਕੀਤਾ ਗਿਆ। ਕਿਤੇ ਕਿਤਾਬਾਂ ਹੁਣ ਬਹੁਤ ਆਈਆਂ ਨੇ, ਚੇਤਨਾ ਆਈ ਵੀ, ਉਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ। ਕੁਛ ਲੋਕ ਕਹਿੰਦੇ ਆ ਕਿ ਉਹਨਾਂ ਨੂੰ ਸਿੱਖ ਧਰਮ ਨੂੰ ਨਖੇੜਨ ਦੇ ਯਤਨ ਕੀਤੇ ਜਾਂਦੇ ਆ, ਤਾਂ ਕਰਕੇ ਥੋੜ੍ਹੀ ਚੇਤਨਾ ਵਧੀ ਆ। ਕੁਛ ਲੋਕ ਕੁਛ ਇਸ ਤਰ੍ਹਾਂ ਕਹਿੰਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਬਾਬਾ ਬੰਦਾ ਬਹਾਦਰ ਜੀ ਦਾ ਜਿਹੜਾ ਇਹ ਬੀੜਾ ਚੁੱਕਿਆ, ਇਹਦੇ ਪਿੱਛੇ ਤੁਹਾਡੀ ਸੁਰਤੀ ਕੀ ਕਹਿੰਦੀ ਹੈ? ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਪਹਿਚਾਣਿਆ ਅਤੇ ਇਸ ਕੰਮ ਨੂੰ ਆਪਣੇ ਹੱਥ 'ਚ ਲਿਆ? ਗੱਲ ਹੈ ਜੀ, ਮੈਂ ਜਦ ਛੋਟਾ ਜਿਹਾ ਹੁੰਦਾ ਸੀ ਤਾਂ ਸਾਡੇ ਮੇਰੇ ਫਾਦਰ ਸਾਹਿਬ ਆਰਮੀ 'ਚ ਰਹੇ ਤਾਂ ਇੱਕ ਅੰਗੀਠੀ ਤੇ ਫੋਟੋ ਰੱਖੀ ਹੁੰਦੀ ਸੀ। ਉਹਨਾਂ ਨੇ ਕਹਿਣਾ ਇਹ ਬੜੇ ਵੱਡੇ ਯੋਧੇ ਹੋਏ ਨੇ, ਬੜੇ ਸੂਰਬੀਰ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ, ਤੇ ਬੈਰਾਗੀ ਵੀ ਲੱਗਦਾ ਸੀ ਸ਼ਬਦ ਹਾਂਜੀ ਉਹਨਾਂ ਦੇ ਨਾਂ ਦੇ ਨਾਲ। ਤੇ ਚਲੋ ਇੰਨੀ ਕੁ ਗੱਲ ਸੀ ਜੇ ਮੈਂ ਕਿ ਸਾਨੂੰ ਕੋਈ ਇਦੋਂ ਮਹਾਂ ਗਿਆਨ ਨਹੀਂ ਸੀਗਾ, ਇੰਨਾ ਕੁ ਸੀ। ਉਸ ਤੋਂ ਬਾਅਦ ਜਦ ਵੱਡੇ ਹੋਏ ਤਾਂ ਚਲੋ ਵਿਚਰਨ ਲੱਗੇ ਅਸੀਂ। ਮੈਂ ਲੋਹੜੀ ਮੇਲਾ ਵੀ ਲਾਉਣਾ, ਧੀਆਂ ਦਾ ਲੋਹੜੀ ਮੇਲਾ। ਹੋਰ ਇੱਕ ਵਾਰੀ 88 ਦੀ ਗੱਲ ਹੈ, 89 ਦੀ, ਜਗਦੇਵ ਸਿੰਘ ਜੱਸੋਵਾਲ ਜੀ ਦੇ ਗ੍ਰਹਿ ਵਿਖੇ
8-10 ਤੁਹਾਡੇ ਵਰਗੀਆਂ ਸ਼ਖਸੀਅਤਾਂ ਬੈਠੀਆਂ ਸੀ, ਉਹ ਵਿਚਾਰਾਂ ਕਰ ਰਹੇ ਸੀ ਵੀ ਕੋਈ ਐਡਾ ਵੱਡਾ ਯੋਧਾ ਜਰਨੈਲ ਆ, ਇਹਨੂੰ ਕੋਈ ਵੀ ਨਹੀਂ ਯਾਦ ਕਰਦਾ। ਤੇ ਮੈਨੂੰ ਉਹਨਾਂ ਨੇ, ਜਸਵਾਲ ਸਾਹਿਬ ਨਾਲ ਮੇਰਾ ਬਾਪ ਬੇਟੇ ਵਾਂਗੂ ਰਿਸ਼ਤਾ ਸੀ, ਤੇ ਉਹਨਾਂ ਨੇ ਮੈਨੂੰ ਬੁਲਾਇਆ ਤੇ ਬਹੁਤ ਵੱਡਾ ਮਤਲਬ ਘੱਟੋ ਘੱਟ 5x10 ਦਾ ਪੋਰਟਰੇਟ ਉਹਨਾਂ ਦੇ ਲੱਗਿਆ ਹੋਇਆ ਸੀ। ਤੇ ਮੈਨੂੰ ਕਹਿੰਦੇ ਅੱਜ ਤੇਰੀ ਡਿਊਟੀ ਲਾਉਣੀ ਹੈ। ਇਹ ਸਾਡੇ ਲੋਕਾਂ ਦੀ ਸੋਚ ਬੜੀ ਛੋਟੀ ਹੈ। ਜੋ ਤੁਹਾਨੂੰ ਉਹਨਾਂ ਦੇ ਵਰਡ ਦੱਸਦਾ, ਅਸੀਂ ਜਾਤਾਂ ਗੋਤਾਂ 'ਚ ਪੈ ਕੇ ਸੂਰਬੀਰਾਂ ਦੀ ਬਹਾਦਰੀ ਭੁੱਲ ਜਾਂਦੇ ਹਾਂ, ਉਹਨਾਂ ਦੀ ਸਮਾਜ ਨੂੰ ਦੇਣ ਭੁੱਲ ਜਾਂਦੇ ਹਾਂ। ਵੀ ਕੋਈ ਇਹਨੂੰ ਰਾਜਪੂਤ ਕਰਕੇ ਛੱਡਤਾ, ਕਿਸੇ ਨੇ ਵੈਰਾਗੀ ਕਰਕੇ ਛੱਡਤਾ, ਕਿਸੇ ਨੇ ਭਾਰਤਵਾਜ ਕਰਕੇ ਛੱਡਤਾ। ਅਸਲੀ ਉਹਨਾਂ ਦੇ ਜਿਹੜਾ ਜੀਵਨ ਦਾ ਪਰਿਵਰਤਨ ਆ, ਉਹ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮਿਲਾਪ ਤੋਂ ਬਾਅਦ ਹੋਇਆ। ਭਾਵੇਂ ਰਾਜਪੂਤ ਇੱਕ ਬਹਾਦਰ ਕੌਮ ਹੈ, ਬਹਾਦਰ ਉਹ ਤੀਰ ਅੰਦਾਜ਼ੀ ਹੋਰ ਉਹ ਬੜੇ ਨਿਪੁੰਨ ਸਨ, ਪਰ ਜਿਹੜਾ ਉਸ ਮਿਲਾਪ ਤੋਂ ਬਾਅਦ ਗੁਰੂ ਸਾਹਿਬ ਨੇ ਤੀਰ ਬਖਸ਼ਣੇ, ਨਾਲ ਉਹਨਾਂ ਦੇ ਸਿੰਘ ਭੇਜੇ, ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ। ਕਹਿਣ ਤੋਂ ਭਾਵ ਉਸ ਤੋਂ ਬਾਅਦ ਜੋ ਇੱਕ ਸਮਾਜਿਕ ਤਬਦੀਲੀ ਲਿਆਉਣ ਵਾਲਾ ਉਹ ਮਹਾਨ ਯੋਧਾ, ਜਿਸ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ, ਜਿਸ ਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਵੀ ਇਹ ਗੱਲਾਂ ਨੂੰ ਤਾਂ ਅਸੀਂ ਐਡੀਆਂ ਵੱਡੀਆਂ ਗੱਲਾਂ ਨੂੰ ਤਾਂ ਬਹੁਤ ਛੋਟਾ ਕਰਤਾ ਹੈ ਜੀ। ਫਿਰ ਉਹਨੇ ਸਿੱਕਾ ਚਲਾਇਆ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਜੀਤੇ ਉਕਰਿਆ ਸੀ, ਦੇਗ ਤੇਗ ਫਤਿਹ ਨੁਸਰਤ ਵੇਦ ਰੰਗ ਜਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਵੀ ਉਸ ਬੰਦੇ ਦੀ ਦੇਣ ਨੂੰ ਅਸੀਂ ਭੁਲਾਈ ਜਾਂਦੇ ਹਾਂ। ਅਸੀਂ ਜਾਤਾਂ ਗੋਤਾਂ 'ਚ ਪੈ ਗਏ, ਜਿਵੇਂ ਜਸਵਾਲ ਸਾਹਿਬ ਬੜਾ ਸਿੱਧਾ ਜਿਹਾ ਬੋਲਦੇ ਸੀ। ਤੇ ਕਹਿਣ ਤੋਂ ਭਾਵ ਵੀ ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੇ ਦਿਹਾੜੇ ਮਨਾਉਣ ਲਈ ਮੈਨੂੰ ਯਾਦ ਹੈ ਸੋਹਣ ਸਿੰਘ ਸੀਤਲ ਦਾ ਕਿਤਾਬਾਂ ਦਾ ਸੈੱਟ ਮੈਨੂੰ ਦਿੱਤਾ। ਤੇ ਬਾਕੀ ਜਦ ਤੁਸੀਂ ਵਿਚਰਦੇ ਹੋ ਤਾਂ ਤੁਹਾਨੂੰ ਕੁਛ ਨਾ ਕੁਛ ਪ੍ਰਾਪਤ ਹੁੰਦਾ ਰਹਿੰਦਾ ਹੈ। ਤੇ ਮੈਂ ਉਸੇ ਦਿਨ ਤੋਂ ਉਹਨਾਂ ਦੇ ਦਿਹਾੜੇ ਮਨਾਉਣੇ ਸ਼ੁਰੂਆਤ ਕੀਤੇ ਹੈ ਜੀ। ਹੁਣ ਜਿਹੜੇ ਮੋਟੇ ਤੌਰ ਤੇ ਜੀਵਨ ਨਾਲ ਸੰਬੰਧਿਤ 4 ਦਿਹਾੜੇ ਨੇ। 16 ਅਕਤੂਬਰ 1670 ਪੁੰਛ ਰਜੌਰੀ ਜੰਮੂ ਕਸ਼ਮੀਰ ਤੱਛਲ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਜੀ। 9 ਜੂਨ 1716 ਦਿੱਲੀ ਮਹਿਰੌਲੀ ਸ਼ਹਾਦਤ ਹੋਈ ਕੁਤਬ ਮੀਨਾਰ ਦੇ ਨਜ਼ਦੀਕ। ਤੇ 3 ਸਤੰਬਰ 1708 ਗੁਰੂ ਸਾਹਿਬ ਨਾਲ ਗੋਦਾਵਰੀ ਨਦੀ ਦੇ ਕੰਢੇ ਹਜ਼ੂਰ ਸਾਹਿਬ ਮਿਲਾਪ ਹੋਇਆ। 12 ਮਈ 1710 ਚੱਪੜਚਿੜੀ ਦੇ ਮੈਦਾਨ 'ਚ ਜਿੱਤ ਪ੍ਰਾਪਤ ਹੁੰਦੀ ਹੈ ਤੇ 14 ਮਈ ਨੂੰ ਫਤਿਹ ਦਾ ਝੰਡਾ ਸਰਹੰਦ ਤੇ ਲਹਿਰਾਇਆ। ਇਹ ਦਿਹਾੜੇ ਨੇ, ਇਹ ਅਸੀਂ 4 ਦਿਹਾੜੇ ਮੈਂ ਮਨਾਉਣਾ। ਤੇ ਮੇਰਾ ਕਹਿਣ ਤੋਂ ਭਾਵ ਵੀ ਉਹਨਾਂ ਦੀ ਐਡੀ ਵੱਡੀ, ਫਿਰ ਤੁਸੀਂ ਇਹ ਦੇਖੋ ਉਹਨਾਂ ਦੀ ਸ਼ਹਾਦਤ ਲਾਮਿਸਾਲ ਹੈ। ਕਿਸ ਤਰ੍ਹਾਂ 740 ਸਿੰਘਾਂ ਨਾਲ ਗੁਰਦਾਸ ਨੰਗਲ ਗੜ੍ਹੀ ਤੋਂ ਬਾਇਆ ਲਾਹੌਰ ਦਿੱਲੀ ਦੇ ਆਂਦਾ ਗਿਆ ਤਸੀਹੇ ਦਿੰਦੇ ਹੋਏ। ਕਿਸ ਤਰ੍ਹਾਂ ਉਹਨਾਂ ਦੇ 4 ਸਾਲਾ ਸਪੁੱਤਰ ਅਜੇ ਸਿੰਘ ਦਾ ਕਲੇਜਾ ਕੱਢ ਕੇ ਮੂੰਹ 'ਚ ਤੁੰਨਿਆ ਗਿਆ। ਅਸੀਂ ਇਹ ਸਾਰੀਆਂ ਗੱਲਾਂ ਨੂੰ ਛੋਟਾ ਕਰਤਾ ਤੇ ਜਾਤਾਂ ਗੋਤਾਂ ਨੂੰ ਵੱਡਾ ਕਰਤਾ, ਜਾਂ ਜਿਹੜੇ ਉਦੋਂ ਉਹਨਾਂ ਨਾਲ ਗਦਾਰੀ ਕਰਕੇ ਅਸੀਂ ਉਹਨਾਂ ਗੱਲਾਂ ਨੂੰ ਕੋਡ ਕਰਨਾ। ਮੈਂ ਨਹੀਂ ਸਮਝਦਾ ਵੀ ਕਿਤੇ ਵੀ ਕੁਛ ਅਸਲੀ ਇਹਨਾਂ ਗੱਲਾਂ 'ਚ ਖੋਟ ਦੱਸੋ ਕੀ ਹੈ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ। ਜਿਹੜੀ ਕੀ ਉਹਨਾਂ ਨੇ ਇੱਕ ਸਮਾਜਿਕ ਪਰਿਵਰਤਨ ਨਹੀਂ ਲਿਆਂਦਾ, ਜਿਹੜੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਕੀ ਉਹਨਾਂ ਦੀ ਸ਼ਹਾਦਤ ਲਾਮਿਸਾਲ ਨਹੀਂ? ਕੀ ਉਹਨਾਂ ਨੇ ਜਿਹੜੀ ਐਡੀਆਂ ਵੱਡੀਆਂ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ, 3 ਸਤੰਬਰ 1708 ਨੂੰ ਗੁਰੂ ਸਾਹਿਬ ਨਾਲ ਮਿਲਾਪ ਹੁੰਦਾ, 12 ਮਈ 1710 ਨੂੰ ਰਾਜ ਸਥਾਪਿਤ ਹੁੰਦਾ। ਕਿੱਡੀ ਵੱਡੀ ਗੱਲ ਹੈ। ਪੌਣੇ 2 ਸਾਲ 'ਚ 700 ਸਾਲਾਂ ਦੇ ਰਾਜ ਦਾ ਖਾਤਮਾ ਕਰਨਾ ਐਡਾ ਵੱਡੀ, ਮੈਂ ਸਮਝਦਾ ਉਹਨਾਂ ਦੀ ਦੇਣ ਆ, ਐਡੀ ਵੱਡੀ ਬਹਾਦਰੀ, ਐਡੀ ਵੱਡੀ। ਤੇ ਅਸੀਂ ਉਹ ਸਾਰੀਆਂ ਗੱਲਾਂ ਨੂੰ ਛੋਟਾ ਕਰਕੇ ਇੱਥੇ ਕੋਈ ਜਾਤ ਗੋਤ ਦੀ ਗੱਲ ਕਰ ਦਿੰਦਾ ਕੋਈ ਹੋਰ। ਮੈਂ ਤੁਹਾਨੂੰ ਦੱਸਦਾ, ਅਸੀਂ ਸ਼ੁਰੂਆਤ ਬੈਰਾਗੀ ਕਮਿਊਨਿਟੀ ਹੈ, ਸਾਡੀ ਵੀ ਬੈਰਾਗੀ ਜਾਤੀ ਹੈ। ਬੈਰਾਗੀ ਕੌਣ ਆ? ਬੈਰਾਗ ਤਾਂ ਅਸਲ ਵਿੱਚ ਇੱਕ ਜੀਵਨ ਦੀ ਅਵਸਥਾ ਹੈ। ਅਸੀਂ ਵੀ ਜੱਟਾਂ ਤੋਂ ਬਣੇ ਹੋਏ ਹਾਂ, ਕਿਉਂਕਿ ਬੈਰਾਗੀ ਤਾਂ ਕੋਈ ਵੀ ਬਣ ਸਕਦਾ, ਇਹ ਕੋਈ ਪਾਬੰਦੀ ਨਹੀਂ ਕਿਸੇ ਤੇ। ਇਹ ਤਾਂ ਇੱਕ ਸੰਪਰਦਾਇ ਦੇ ਤੌਰ ਤੇ ਚੱਲਦੀ ਹੈ। ਬੈਰਾਗੀਆਂ ਦਾ ਕੋਈ ਉਹ ਨਹੀਂ ਹੈ, ਪਰ ਉਹ ਵੀ ਬੈਰਾਗੀ ਐਂ ਬਣੇ ਨਾ ਰਾਜਪੂਤ ਤੋਂ। ਬਾਬਾ ਬੰਦਾ ਬਹਾਦਰ ਜਦੋਂ ਜਾਨਕੀ ਪ੍ਰਸਾਦ ਦੇ ਸੰਪਰਕ ਦੇ ਵਿੱਚ ਆਏ, ਤੇ ਇੱਕ ਜੈਤ ਰਾਮ ਉਹ ਵੀ ਸਾਧੂ ਸੀ ਬੈਰਾਗੀ, ਜਿਹੜਾ ਰਾਜਸਥਾਨ ਦੇ ਵਿੱਚ, ਜਿਹਨੇ ਗੁਰੂ ਸਾਹਿਬ ਦੇ ਨਾਲ ਉਹਦਾ ਬਹੁਤ ਪ੍ਰੇਮ ਸੀ। ਉਹਨਾਂ ਨੇ ਕਿਹਾ ਕਿ ਇੱਕੋ ਯੋਧਾ ਬੈਠਾ, ਉਹਦੀ ਡਿਊਟੀ ਲਾਓ। ਤੇ ਗੁਰੂ ਸਾਹਿਬ ਦਾ ਜਾਣਾ ਤੇ ਡਿਊਟੀ ਲਾਉਣਾ ਕਿਤੇ ਛੋਟੀਆਂ ਗੱਲਾਂ ਨੇ, ਗੁਰੂ ਸਾਹਿਬ ਦਾ ਖੁਦ ਜਾਣਾ। ਪਰ ਇਹ ਸਾਰੀਆਂ ਗੱਲਾਂ ਨੂੰ ਤਾਂ ਅਸੀਂ ਛੋਟਾ ਕਰਕੇ, ਜਿਹੜੀਆਂ ਜਾਤਾਂ ਗੋਤਾਂ ਜਾਂ ਜਿਹੜਾ ਉੱਥੇ ਦਾ ਮਾੜਾ ਮੋਟਾ ਹੋਇਆ, ਉਹ ਜਿਹੀਆਂ ਗੱਲਾਂ ਨੂੰ ਕਰਕੇ ਫਿਰ ਉਹਨੂੰ ਕਈ ਵਾਰੀ ਇਹ ਵੀ ਕਹਿ ਦਿੰਦੇ ਨੇ ਕਿ ਜੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੂੰ ਸ਼ਾਦੀਆਂ ਨਾ ਕਰੇ। ਗੁਰੂ ਸਾਹਿਬ ਕਿਵੇਂ ਕਹਿ ਸਕਦੇ ਨੇ?
ਇਹ ਕਦੇ ਕੋਈ ਗੱਲ ਬਣਦੀ ਹੈ, ਕੋਈ ਜੱਚਦੀ ਹੈ। ਤੇ ਇਹ ਮੇਰਾ ਮਤਲਬ ਅਸਲੀ ਗੱਲ ਇਹ ਆ ਕਿ ਮੈਂ ਤੁਹਾਨੂੰ ਦੱਸਦਾ 89 'ਚ ਅਸੀਂ ਪਹਿਲਾ ਸਮਾਗਮ ਕੀਤਾ ਛੋਟਾ ਜਿਹਾ। ਮੈਨੂੰ ਕੋਈ ਦੱਸੇ ਵੀ ਅਸੀਂ 88 'ਚ ਫਲਾਨੀ ਥਾਂ ਕੀਤਾ, 87 'ਚ ਫਲਾਨੀ ਥਾਂ ਕੀਤਾ, ਜਾਂ ਉਦੋਂ ਪਹਿਲਾਂ ਫਲਾਨੇ ਥਾਂ ਬਾਬਾ ਬੰਦਾ ਬਹਾਦਰ ਦੇ ਨਾਂ ਤੇ ਕੋਈ ਵੀ ਸਮਾਗਮ ਹੋਇਆ। ਫਿਰ ਮੈਂ ਤੁਹਾਨੂੰ ਦੱਸਦਾ ਅਸੀਂ ਚਲੋ ਸਮਾਗਮਾਂ ਦੀ ਸ਼ੁਰੂਆਤ ਕੀਤੀ। ਮੈਨੂੰ ਯਾਦ ਹੈ 97 ਦੀ ਗੱਲ ਹੈ ਜੀ, ਥੋੜ੍ਹਾ ਜਿਹਾ ਬਾਦਲ ਸਾਹਿਬ ਤੇ ਟੌੜਾ ਸਾਹਿਬ ਦਾ ਚੱਲ ਰਹੀ ਸੀ ਫ੍ਰਿਕਸ਼ਨ। ਇਹਨਾਂ ਦੇ ਨਾਲ ਇੱਕ ਸ਼ਹਿਨਸ਼ਾਹ ਪੈਲੇਸ ਆ ਲੁਧਿਆਣੇ, ਤੁਸੀਂ ਤਾਂ ਜਾਣਦੇ ਹੋ। ਤੇ ਉਹ ਪੈਲੇਸ ਦੇ ਵਿੱਚੋਂ ਟੌੜਾ ਸਾਹਿਬ ਬਾਹਰ ਨੂੰ ਆ ਰਹੇ ਸੀ ਤੇ ਮੈਂ ਉਹ ਵਿਆਹ ਤੇ ਐਂਟਰ ਹੋ ਰਿਹਾ ਸੀ। ਤੇ ਬਸੰਤ ਸਿੰਘ ਖਾਲਸਾ ਜੀ ਦਾ ਬੇਟਾ ਵਿਕਰਮਜੀਤ ਖਾਲਸਾ ਉਹ ਟੌੜਾ ਸਾਹਿਬ ਨੂੰ ਕਹਿੰਦਾ, ਟੌੜਾ ਸਾਹਿਬ ਬਾਬਾ ਜੀ ਨੂੰ ਜਾਣਦੇ ਹੋ? ਤੇ ਟੌੜਾ ਸਾਹਿਬ ਦਾ ਤੁਹਾਨੂੰ ਪਤਾ ਥੋੜ੍ਹਾ ਜਿਹਾ ਮਸ਼ਕਰੀ, ਥੋੜ੍ਹਾ ਬੜਾ ਉਹਨਾਂ ਦੇ ਸੁਭਾਅ ਵੱਖਰੀ ਕਿਸਮ ਦਾ ਸੀ। ਉਹਨਾਂ ਨੇ ਨਾਲੇ ਤਾਂ ਮੈਨੂੰ ਬੋਕੜ ਚਲਾ ਲਿਆ, ਕਹਿੰਦੇ ਯਾਰ ਇਹਨੂੰ ਕੌਣ ਭੁੱਲਿਆ, ਨੇ ਸਾਡਾ ਬੰਦਾ ਬਹਾਦਰ ਖੋਲਿਆ। ਟੌੜਾ ਸਾਹਿਬ ਦੀ ਵਰਡਿੰਗ ਸੁਣ ਮੈਂ ਖੋਲਿਆ ਮਤਲਬ ਨਾਲੇ ਮੈਨੂੰ ਜੱਫੀ ਪਾ ਲਈ। ਰੋਜ਼ ਇਹ ਕਹਿੰਦੇ ਅਖਬਾਰਾਂ ਸ਼ਬਦ ਆ। ਤੇ ਮੇਰਾ ਕਹਿਣ ਤੋਂ ਭਾਵ ਅਸੀਂ ਇੱਕ ਸ਼ੁਰੂਆਤ ਕੀਤੀ। ਅਸੀਂ ਅੱਜ ਤੁਸੀਂ ਇਹ ਦੇਖੋ 2005 'ਚ ਮੈਂ ਪਹਿਲੀ ਵਾਰ ਕੈਨੇਡਾ ਆਇਆ। ਗੁਰੂ ਨਾਨਕ ਸਿੱਖ ਟੈਂਪਲ ਸਰੀ ਵੈਨਕੂਵਰ, ਉੱਥੇ ਬਲਵੰਤ ਸਿੰਘ ਗਿੱਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਜੀ। ਤੇ ਅਸੀਂ ਆਏ ਤਾਂ ਅਸੀਂ ਬੜੀ ਮਿਹਨਤ ਕੀਤੀ। ਆ ਬਲਦੇਵ ਬਾਬਾ ਜੀ ਬਾਹਰ ਬੈਠੇ ਨੇ, ਸਾਰੇ ਇਕੱਠੇ ਸੀ, 7-8 ਲੋਕ ਆਏ। ਤੇ ਅਸੀਂ ਪਿੰਡਾਂ ਦੇ, ਕਿਉਂਕਿ ਆਪਣੇ ਹੀ ਪਿੰਡਾਂ ਦੇ ਲੋਕ ਇੱਥੇ ਬੈਠੇ ਨੇ, ਤੇ ਉਹਨਾਂ ਨੂੰ ਬੁਲਾਇਆ ਤਾਂ ਹਾਲ ਪੂਰਾ ਭਰਿਆ ਹੋਇਆ ਤੇ ਸਮਾਗਮ ਹੋਇਆ। ਤਾਂ ਗਿੱਲ ਸਾਹਿਬ ਕਹਿੰਦੇ ਯਾਰ ਇਹ ਬੰਦੇ ਕਿੱਥੋਂ ਆਏ ਨੇ ਬਈ, ਪਹਿਲੀ ਵਾਰ ਬਾਬਾ ਬੰਦਾ ਬਹਾਦਰ ਨੂੰ ਕੈਨੇਡਾ ਦੀ ਧਰਤੀ ਤੇ ਚੇਤਾ ਯਾਦ ਕੀਤਾ ਜਾ ਰਿਹਾ, ਔਰ ਇਹ ਬੰਦੇ ਪੰਜਾਬ ਤੋਂ ਆਏ ਨੇ। ਇਕੱਠ ਇਹਨਾਂ ਨੇ ਮੇਰਾ ਹਾਲ ਉਹ ਭਰਤਾ ਜਿਹੜਾ ਅੱਜ ਤੱਕ ਨਹੀਂ ਭਰਿਆ। ਤੇ ਕਹਿਣ ਤੋਂ ਭਾਵ ਅਸੀਂ ਇੱਕ ਮਿਹਨਤ ਸਾਨੂੰ ਇਹ ਸੀ ਕਿ ਕੈਨੇਡਾ ਸਾਡੇ ਲਈ ਵੀ ਬੜੀ ਵੱਡੀ ਪ੍ਰਾਪਤੀ ਲੱਗ ਰਹੀ ਸੀ ਕਿ ਅਸੀਂ ਕੈਨੇਡਾ ਦੀ ਧਰਤੀ ਤੇ ਫੰਕਸ਼ਨ, ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ, ਉਹ ਉੱਥੇ ਵੀ ਸੰਗਤਾਂ ਦਾ ਇੰਨਾ ਉਹਦਾ ਇਕੱਠ ਹੋਣਾ ਤੇ ਬੜੀ ਵੱਡੀ ਗੱਲ ਹੈ। ਮੇਰਾ ਕਹਿਣ ਤੋਂ ਭਾਵ ਇਹ ਕਿ ਸਾਡਾ ਤਾਂ ਛੋਟੀ ਜਿਹੀ ਸੰਸਥਾ, ਛੋਟਾ ਜਿਹਾ ਉਪਰਾਲਾ, ਤੇ ਪਰ ਜਿਹੜਾ ਉਹਨਾਂ ਨੂੰ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕਿਤੇ ਨਾ ਕਿਤੇ ਇਗਨੋਰ ਕੀਤਾ, ਕਿਤੇ ਨਾ ਕਿਤੇ ਵਿਸਾਰਿਆ ਗਿਆ ਐਡੇ ਮਹਾਨ ਯੋਧੇ ਜਰਨੈਲ ਨੂੰ। ਤੇ ਇਹ ਚੀਜ਼ਾਂ ਵਾਕਈ ਵਿਚਾਰਨ ਵਾਲੀਆਂ ਨੇ। ਤੇ ਅੱਜ ਤਾਂ ਅਸੀਂ ਉਸ ਦਿਨ ਵੀ ਬੇਨਤੀ ਕੀਤੀ ਸੀ ਗੁਰਦੁਆਰਾ ਸਾਹਿਬ ਸਮਾਗਮ ਤੇ ਕਿ ਇੱਥੇ ਘੱਟੋ ਘੱਟ ਟੋਰਾਂਟੋ ਦੇ ਵਿੱਚ ਜਿੰਨੇ ਗੁਰਦੁਆਰਾ ਸਾਹਿਬ ਨੇ, ਆਪਾਂ 4 ਦਿਹਾੜੇ, ਮੈਂ ਦੁਬਾਰਾ ਵੀ ਕਹਿ ਸਕਦਾ, 4 ਦਿਹਾੜਾਂ ਦੇ ਵਿੱਚੋਂ ਕੋਈ ਦਿਹਾੜਾ ਵੀ ਇੱਕ ਅਡਾਪਟ ਕਰ ਲੈਂਦੇ ਗੁਰਦੁਆਰਾ ਸਾਹਿਬ ਵਾਲੇ ਕਿ ਅਸੀਂ ਜੀ ਆ ਉਹਨਾਂ ਦਾ ਜਨਮ ਦਿਹਾੜਾ ਮਨਾਵਾਂਗੇ। ਜਿਵੇਂ 16 ਅਕਤੂਬਰ ਉਹਨਾਂ ਦਾ ਜਨਮ ਦਿਹਾੜਾ, 9 ਜੂਨ ਸ਼ਹੀਦੀ ਦਿਹਾੜਾ, 3 ਸਤੰਬਰ ਗੁਰੂ ਸਾਹਿਬ ਨਾਲ ਮਿਲਾਪ ਦਿਹਾੜਾ, 12 ਮਈ ਸਰਹੰਦ ਫਤਿਹ ਦਾ, 12 ਜਾਂ 14 ਮਈ ਮਨਾ ਲਓ। ਤੇ ਇਹ 4 ਚੋਂ ਇੱਕ ਦਿਹਾੜਾ ਸਮਾਗਮ ਤਾਂ ਚੱਲਦੇ ਨੇ, ਪਰ ਇੱਕ ਦਿਨ ਇੱਕ ਸਮਾਂ ਉਸ ਮਹਾਨ ਯੋਧੇ ਜਰਨੈਲ ਨੂੰ ਸਮਰਪਿਤ ਹੀ ਕਰਨਾ ਨਾ, ਤਾਂ ਕਿ ਅਸੀਂ ਉਹਨਾਂ ਨੂੰ ਯਾਦ ਕਰ ਸਕੀਏ। ਉਹਨਾਂ ਦੇ ਜੀਵਨ ਬਾਰੇ ਵਿੱਚ ਜਦ ਤੁਹਾਡੇ ਵਰਗੇ ਵਿਦਵਾਨ ਜਾਣਗੇ ਤੇ ਉੱਥੇ ਵਿਚਾਰਾਂ ਹੋਣਗੀਆਂ ਕਿ ਅੱਜ ਬਾਬਾ ਬੰਦਾ ਬਹਾਦਰ ਨੂੰ ਯਾਦ ਕੀਤਾ ਜਾ ਰਿਹਾ। ਉਹ ਮੈਂ ਸਮਝਦਾ ਕਿ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਉਹਨਾਂ ਨੂੰ ਇੱਕ ਰਸਤਾ ਦਿਖਾ ਰਹੇ ਹੋਵਾਂਗੇ। ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਿੰਨਾ ਕੁ ਸਾਡੀ ਸਮਝ ਹੈ, ਸੋਚ ਹੈ। ਤੇ ਬਾਕੀ ਤੁਸੀਂ, ਮੈਨੂੰ ਬੜੀ ਖੁਸ਼ੀ ਹੋਈ ਸਾਰੇ ਵਿਦਵਾਨ ਲੋਕ ਇੱਥੇ, ਮੈਨੂੰ ਤਾਂ ਐਂ ਲੱਗਦਾ ਵੀ ਸਾਡਾ ਅੱਜ ਦਾ ਜਿਹੜਾ ਚੱਲ ਰਿਹਾ ਤੇ ਮੈਂ ਵਿਦਵਾਨ ਵੀ ਇੱਥੇ ਦੇਖ ਰਿਹਾ ਬੜੇ ਬੜੇ, ਤੇ ਸਾਡੇ ਬੱਚੇ ਤੇ ਸਾਡਾ ਧਨ ਉਹ ਵੀ ਸਾਰਾ ਇੱਧਰ ਨੂੰ ਆ ਰਿਹਾ। ਸਾਡੇ ਕੋਲ ਤਾਂ ਬੁੜੇ ਰਿਵਾਜ਼ਾਂ ਨੇ, ਬਾਕੀ ਅਨਪੜ੍ਹ, ਕਿਉਂਕਿ ਦੇਖ ਰਹੇ ਆ ਤੁਸੀਂ। ਇਹ ਦੇਖੋ ਨਾ, ਇੱਥੇ ਜਦ ਵਿਚਾਰਾਂ ਹੁੰਦੀਆਂ ਨੇ ਤਾਂ ਬੜੀ ਹੈਲਦੀ ਵਿਚਾਰਾਂ ਹੁੰਦੀਆਂ ਨੇ। ਇੱਥੇ ਅੱਜ ਸਾਡੇ ਹਜ਼ਾਰਾਂ ਬੱਚੇ ਜਿਹੜੇ ਆ ਕੇ ਇੱਥੇ ਪੜ੍ਹਾਈ ਦਾ ਉਹ ਸਾਰੇ, ਉਹ ਨਾਲੇ ਤਾਂ ਧਨ ਸਾਡਾ ਆ ਗਿਆ, ਨਾਲੇ ਸਾਡਾ ਯੂਥ ਵੀ ਸਾਡਾ ਧਨ ਹੈ, ਤੇ ਉਹ ਵੀ ਸਾਰਾ ਕੈਨੇਡਾ ਵੱਲ ਆ ਗਿਆ। ਤੇ ਇਹ ਵੀ ਮੈਂ ਸਮਝਦਾ ਸਾਡੇ ਲਈ ਬੜਾ ਘਾਟੇ ਵਾਲਾ ਸੌਦਾ ਕਿਤੇ ਨਾ ਕਿਤੇ। ਜਿਵੇਂ ਤੁਸੀਂ ਬਾਹਰ ਹੁਣੇ ਆਪਾਂ ਗੱਲਾਂ ਕਰ ਰਹੇ ਸੀ ਕਿ ਸਰਕਾਰਾਂ ਦੀ ਕਮੀ ਹੈ, ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਕਮੀ ਹੈ ਕਿ ਜੇ ਸਾਡੇ ਬੱਚੇ ਕਿਉਂ ਬਾਹਰ ਜਾਣ। ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਉਹਨਾਂ ਹੱਥਾਂ ਨੂੰ ਕੰਮ ਦੇਣਾ। ਹੁਣ ਕੋਈ ਪੰਜਾਬ ਦਾ ਪਿੰਡ ਐਸਾ ਨਹੀਂ ਜਿੱਥੇ 200-250 ਮੁੰਡਾ ਵਿਹਲਾ ਨਹੀਂ ਫਿਰਦਾ। ਉਹਨਾਂ ਹੱਥਾਂ ਨੂੰ ਕੰਮ ਦੇਣਾ ਸਾਡੀ ਸਰਕਾਰ। ਬਾਬਾ ਜੀ ਇਹ ਪੰਜਾਬ ਦੀ ਤਰਾਸਦੀ ਆ, ਤੇ ਇੱਥੇ ਵੀ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ ਅੱਗੇ ਚੱਲ ਕੇ। ਮੈਂ ਚਾਹੁੰਦਾ ਥੋੜ੍ਹਾ ਜਿਹਾ ਇਸ ਕਰਕੇ ਕਿ ਉਸ ਮਹਾਨ ਸ਼ਖਸੀਅਤ ਬਾਰੇ ਆਪਾਂ ਥੋੜ੍ਹਾ ਜਿਹਾ ਹੋਰ ਪਿੱਛੇ ਇਤਿਹਾਸ 'ਤੇ ਝਾਤ ਮਾਰੀਏ। ਜਿੱਥੋਂ ਤੁਸੀਂ ਗੱਲ ਕਰ ਰਹੇ ਹੋ ਸ਼ੁਰੂਆਤੀ ਦੌਰ ਦੇ ਵਿੱਚ, ਜਦੋਂ ਉਹਨਾਂ ਦਾ ਬਾਬਾ ਵਿਨੋਦ ਸਿੰਘ ਹਰਾਂ ਨਾਲ ਥੋੜ੍ਹਾ ਜਿਹਾ ਵਖਰੇਵਾਂ ਹੁੰਦਾ, ਜਿਸ ਤਰੀਕੇ ਨਾਲ ਆਪਾਂ ਇਤਿਹਾਸ ਪੜ੍ਹਿਆ ਸੁਣਿਆ ਸਾਰਿਆਂ ਨੇ, ਤੁਹਾਨੂੰ ਕੀ ਲੱਗ ਰਿਹਾ ਸੀ ਕਿ ਜਿਹੜਾ ਇਹ ਰਫੜ ਪਿਆ, ਇਹਦੇ ਪਿੱਛੇ
ਉਸ ਇਤਿਹਾਸਕ ਪ੍ਰਸੰਗ 'ਚ ਜੇ ਤੁਹਾਡੇ ਕੋਲ ਮੈਂ ਪੁੱਛਾਂ ਤੇ ਕੀ ਕਾਰਨ ਹੋ ਸਕਦੇ? ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਕੁਝ ਇੱਕ ਲੋਕਾਂ ਨੂੰ ਜਿੱਦਾਂ ਕਿਹਾ ਜਾਂਦਾ ਹੈ ਕਿ ਭਾਈ ਵਿਨੋਦ ਸਿੰਘ ਜੀ ਗੁਰੂ ਅੰਗਦ ਦੇਵ ਦੀ ਕੁਲ 'ਚੋਂ ਸੀਗੇ ਤੇ ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਪੰਜਾਬ ਨੂੰ ਲੀਡ ਕਰਨ ਲਈ ਮੈਨੂੰ ਮੌਕਾ ਕਿਉਂ ਨਹੀਂ ਦਿੱਤਾ ਗਿਆ। ਤੇ ਇੱਥੋਂ ਤੱਕ ਵੀ ਮੈਂ ਸੁਣਿਆ ਜਾਂ ਪੜ੍ਹਿਆ ਕਿਤੋਂ ਨਾ ਕਿਤੋਂ ਕਿ ਜਦੋਂ ਗੁਰੂ ਸਾਹਿਬ ਨੇ ਤਲਵਾਰ ਉਹਨਾਂ ਨੂੰ ਭੇਟ ਕੀਤੀ ਤੇ ਕੁਝ ਸਿੱਖਾਂ ਨੇ ਇੰਨਾ ਪ੍ਰੈਸ਼ਰ ਪਾਇਆ ਕਿ ਉਹ ਤਲਵਾਰ ਵਾਪਸ ਲੈਣੀ ਪਈ। ਉਸ ਤੋਂ ਬਾਅਦ ਫਿਰ ਬਹਿ ਕੇ ਫੈਸਲਾ ਹੋਇਆ ਤੇ ਦੁਬਾਰਾ ਉਹਨਾਂ ਨੂੰ ਬਣਾ ਕੇ ਭੇਜਿਆ ਗਿਆ। ਕੀ ਇਸ ਸਾਡੇ ਧਰਮ 'ਚ ਜਾਂ ਸਾਡੇ ਭਾਈਚਾਰੇ 'ਚ ਸ਼ੁਰੂਆਤੀ ਦੌਰ ਤੋਂ ਹੀ ਇਸ ਤਰ੍ਹਾਂ ਦੇ ਵਖਰੇਵੇਂ ਚੱਲ ਰਹੇ? ਦੇਖੋ, ਮੈਂ ਤਾਂ ਇਹੀ ਸਮਝਦਾ ਕਿ ਤਾਂ ਇੱਕ ਕਨਫਿਊਜ਼ਨ ਪੈਦਾ ਕੀਤੇ ਗਏ ਜਿਹੜੇ ਸਮਾਜ 'ਚ ਤੁਸੀਂ ਆਮ ਹੀ ਆ ਵੱਡੀਆਂ ਹਸਤੀਆਂ ਦੇ ਨਾਲ ਕੁਛ ਨਾ ਕੁਛ ਹੋਰ ਵੀ ਚੱਲੀ ਜਾਂਦਾ ਹੁੰਦਾ। ਪਰ ਜਿਹੜੀ ਚੀਜ਼ ਸ਼ੀਸ਼ੇ ਵਾਂਗੂ ਸਪਸ਼ਟ ਸਾਫ਼ ਦਿਖਾਈ ਦੇਵੇ ਤੇ ਉਹ ਤੇ ਅਜਿਹੀਆਂ ਗੱਲਾਂ ਕਰ ਲਈਆਂ। ਜਾਂ ਮੈਂ ਦੇਖਿਆ ਕਈ ਮੈਨੂੰ ਅਮਰੀਕਾ ਵੀ ਇੱਕ ਦਿਨ ਵਿਚਾਰਾਂ ਹੋਈਆਂ ਜਦ ਅਸੀਂ ਪਹਿਲਾਂ ਗਏ। ਅੱਜ ਜਿਹੜੇ ਉੱਥੇ ਵੀ ਹੁਣ ਉਹੀ ਲੋਕ ਅੱਗੇ ਹੋ ਕੇ ਸਾਰੇ ਸਮਾਗਮ ਕਰਦੇ ਨੇ ਜਾਂ ਕੋਈ ਗੱਲਾਂ ਕਰਦੇ ਨੇ। ਮੈਂ ਨਹੀਂ ਸਮਝਦਾ, ਮੈਂ ਤਾਂ ਇੱਕੋ ਗੱਲ 'ਤੇ ਮੇਰੀ ਸੋਚ ਕੇਂਦਰਿਤ ਹੈ ਕਿ ਉਹ ਇੱਕ ਬਹਾਦਰ ਜਰਨੈਲ ਸੀ, ਉਹ ਇੱਕ ਸੂਰਮਾ ਸੀ, ਉਹ ਇੱਕ ਸ਼ਹੀਦ ਸੀ। ਉਹਨੂੰ ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਜੋ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਉਹਨੇ ਸਾਰਾ ਕੁਝ ਕੀਤਾ। ਇਹ ਜਿਹੜੇ ਕਨਫਿਊਜ਼ਨ ਪੈਦਾ ਕੀਤੇ ਗਏ ਇਹਦੀ ਗਾਹਾਂ ਬਰੀਕੀ ਜਾਂ ਕੋਖ ਦੇ ਬਾਬਾ ਜੀ ਉਹਦੇ 4-5 ਜਿਹੜੇ ਕਨਫਿਊਜ਼ਨ ਵੱਡੇ ਸੀ ਨਾ ਜੀ, ਉਹਨਾਂ ਦੇ ਸਪਸ਼ਟੀਕਰਨ ਤੇ ਹੋ ਗਏ ਸਵਾਏ ਇੱਕ ਚੀਜ਼ ਤੋਂ ਕਿ ਜਿਹੜਾ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਦੀ ਜਗ੍ਹਾ ਫਤਿਹ ਦਰਸ਼ਨ ਵਾਲੀ ਗੱਲ ਸੀਗੀ, ਉਹ ਵੀ ਉਹਨਾਂ ਕਿਹਾ ਕਿ ਜਦੋਂ ਸੰਗਤ ਨੇ ਕਿਹਾ ਤੇ ਵਾਪਸ ਲੈ ਲਈ ਸੀ ਆਪਣੇ ਜੀਵਨ ਕਾਲ 'ਚ ਹੀ। ਬਾਕੀ ਜਿਹੜੇ ਬੇਬੁਨਿਆਦ ਜੇ ਦੋਸ਼ ਸੀ ਵੀ ਸ਼ਾਦੀ ਕਿਉਂ ਕੀਤੀ ਜਾਂ ਉਹ ਕੀਤਾ, ਉਹ ਕੋਈ ਮੈਨੇ ਨਹੀਂ ਰੱਖਦੇ। ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਮਿਸ਼ਨ ਸ਼ੁਰੂ ਕੀਤਾ ਸੀਗਾ ਸਿੱਖ ਧਰਮ ਵਾਲਾ ਅੰਦੋਲਨ, ਤੇ ਉਹਨਾਂ ਨੇ ਸਭ ਤੋਂ ਪਹਿਲ ਗ੍ਰਸਤੀ ਜੀਵਨ ਨੂੰ ਦਿੱਤੀ ਸੀ ਤੇ ਗ੍ਰਸਤ ਨੂੰ ਕਿਸੇ ਵੀ ਸਾਡੇ ਗੁਰੂ ਨੇ ਕਦੀ ਵੀ ਨਹੀਂ ਕਿਹਾ। ਤੁਸੀਂ ਇਹ ਦੇਖੋ, ਮੇਰੀ ਗੱਲ ਸੁਣੋ, ਜੇ ਉਹਨਾਂ ਨੇ ਆਪਣਾ ਹੀ ਕੁਝ ਚਲਾਉਣਾ ਹੁੰਦਾ ਉਹ ਸਿੱਕਾ ਆਪਣਾ ਚਲਾਉਂਦੇ। ਸਿੱਕਾ ਉਹ ਚਲਾ ਰਹੇ ਨੇ, ਮੋਹਰ ਚਲਾਈ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਉਹ ਜੇ ਉਹ ਸਿੱਕਾ ਮੋਹਰ ਉਹ ਚਲਾ ਰਹੇ ਨੇ ਤੇ ਬਾਕੀ ਗੱਲਾਂ ਦੇ ਵਿੱਚ ਉਹ ਕਿਉਂ ਕਰਕੇ ਉਹਨਾਂ ਨੇ ਗੁਰੂ ਦਾ ਓਟ ਆਸਰਾ ਉਹਨਾਂ ਦੇ ਦਰਸਾਏ ਰਸਤੇ ਤੇ ਚੱਲ ਕੇ ਕੀਤਾ ਜੋ ਕੁਝ ਵੀ ਕੀਤਾ। ਅੱਛਾ ਬਾਬਾ ਜੀ, ਇੱਕ ਮੈਂ ਤੁਹਾਡੇ ਕੋਲ ਜਾਣਨਾ, ਜਿੱਦਾਂ ਤੁਹਾਡੇ ਨਾਲ ਵੀ ਬਾਬਾ ਜੁੜਿਆ, ਤੁਸੀਂ ਕਿਹਾ ਅਸੀਂ ਖੁਦ ਬੈਰਾਗੀ ਆ ਤੇ ਤੁਸੀਂ ਸ਼ੁਰੂਆਤੀ ਇਹ ਕਹਿ ਕੇ ਮੇਰਾ ਉਹ ਸਾਰਾ ਭਰਮ ਹੀ ਦੂਰ ਕਰ ਦਿੱਤਾ ਕਿ ਅਸੀਂ ਕਿਸੇ ਜਾਤ ਪਾਤ ਦੇ ਵਿੱਚ ਰੱਖਦੇ ਨਹੀਂ, ਅਸੀਂ ਤੇ ਇੱਕ ਮਹਾਨ ਜਰਨੈਲ ਕਰਕੇ ਉਹਨਾਂ ਨੂੰ ਮਾਨਤਾ ਦਿੰਦੇ ਆ। ਤੇ ਤੁਸੀਂ ਕੀ ਇਸ ਗੱਲ ਨੂੰ ਵੀ ਮਾਨਤਾ ਦਿੰਦੇ ਹੋ ਕਿ ਉਹ ਸਿੱਖ ਜਰਨੈਲ ਹੋਇਆ? ਹਾਂ, ਅਸੀਂ ਮੰਨਦੇ। ਦੇਖੋ ਗੱਲ ਮੈਂ ਕਹਿੰਦਾ, ਬਾਕੀ ਐਵੇਂ ਹੀ ਗੱਲਾਂ ਕਿਸੇ ਜਿਹੜਾ ਬੰਦਾ ਮਨਾਊਗਾ ਕੋਈ ਤਾਂ ਜਾਤ ਗੋਤ ਹੋਊਗਾ ਨਾ ਉਹਦਾ। ਤੇ ਸਾਡਾ ਇੱਕ ਤੁਹਾਨੂੰ ਮੈਂ ਹੋਰ ਵੀ ਦੱਸਦਾ, ਆਪਾਂ ਚਾਹੇ ਕਈ ਗੱਲਾਂ ਦੁਨਿਆਵੀ ਤੌਰ ਤੇ ਹੋਰ ਵੀ ਕਹੀਆਂ ਜਾਂਦੀਆਂ। ਹੁਣ ਅਸੀਂ ਵੀ ਬੈਰਾਗੀ ਜੱਟਾਂ ਤੋਂ ਬਣੇ ਹੋਏ ਹਾਂ। ਸੁਣੋ ਗੱਲ, ਬੈਰਾਗੀ ਕੋਈ ਵੀ ਬਣ ਸਕਦਾ। ਉਦੋਂ ਜ਼ਮੀਨ ਦੇ ਜਦੋਂ ਜੱਟਾਂ ਦਾ ਇਤਿਹਾਸ ਭੁੱਲ ਲਿਖਣ ਵਾਲੇ ਲੋਕ ਕਹਿੰਦੇ ਕਿ ਸਾਰੇ ਰਾਜਪੂਤਾਂ ਚ ਆਏ ਆ ਸਾਰੇ, ਤੇ ਉਦੋਂ ਅਗਲਾ ਉਹ ਜਿਹੜਾ ਮਹੰਤ ਦਾ ਚੇਲਾ ਹੋ ਗਿਆ ਉਹਦੇ ਉਹ ਕੰਠੀ ਪਾਤੀ ਤੇ ਉਹ ਬਣ ਗਿਆ ਬੈਰਾਗੀ। ਤੇ ਇਹ ਜਿਹੜਾ ਪੁਰਾਣੇ ਹਥਿਆਰ ਅਸਲੀ ਤਾਂ ਜਿਹੜੀ ਮੈਂ ਸਮਝਦਾ ਨਿਚੋੜ ਦੀ ਗੱਲ ਤਾਂ ਇੱਕੋ ਹੀ ਹੈ ਗਿੱਲ ਸਾਹਿਬ, ਕਿ ਆਪਾਂ ਉਹ ਸੂਰਬੀਰ ਦੀ ਸੂਰਬੀਰਤਾ ਦਾ ਸਤਿਕਾਰ ਕਰੀਏ, ਉਹਨਾਂ ਦਾ ਸਮਾਜਿਕ ਜੋ ਪਰਿਵਰਤਨ ਲਿਆਂਦਾ ਉਹਦਾ ਸਤਿਕਾਰ ਕਰੀਏ। ਉਹਨਾਂ ਨੇ ਜੋ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਇੱਕ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਇੱਕ ਵਿਲੱਖਣ ਇਤਿਹਾਸ ਸਿਰਜਿਆ। ਅਸੀਂ ਉਹਦੀ ਚਾਹੀਦਾ ਤਾਂ ਇਹ ਹੈ, ਅਸੀਂ ਜਿਹੜਾ 14 ਮਈ ਦਾ ਫਤਿਹ ਦਾ ਦਿਹਾੜਾ ਹੈ ਤੇ ਅਸੀਂ ਪਾਣੀਪਤ ਦੀਆਂ ਹਾਰੀਆਂ ਲੜਾਈਆਂ ਜਵਾਕਾਂ ਨੂੰ ਪੜ੍ਹਾ ਰਹੇ ਹਾਂ ਤੇ ਫਤਿਹ ਕਿਤੇ ਨਹੀਂ ਪੜ੍ਹਾ ਰਹੇ, ਕਿੱਥੇ ਗਏ ਨੇ? ਉਹ ਵੀ ਆਪਦੇ ਆਪ ਨੂੰ ਸਿੱਖ ਹੁੰਦੇ ਨੇ, ਆਪਦੇ ਆਪ ਨੂੰ ਬੜੇ ਵੱਡੇ। ਅੱਛਾ, ਮੈਂ ਬਾਬਾ ਜੀ ਤਾਂ ਕਰਕੇ ਹਿਸਟੋਰੀਕਲ ਪ੍ਰਸੰਗ 'ਚ ਗੱਲ ਕਰਨੀ ਚਾਹੁੰਦਾ ਕਿਉਂਕਿ ਜਿਹੜੇ ਮੇਰੇ ਮਨ 'ਚ ਵੀ, ਮੈਂ ਬਾਬਾ ਬੰਦਾ ਬਹਾਦਰ ਬਾਰੇ ਬਹੁਤ ਸ਼ਰਧਾ ਰੱਖਦਾ, ਬਹੁਤ ਇੱਜ਼ਤ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਆ। ਮੈਂ ਉਹਨਾਂ ਬਾਰੇ ਕਾਫੀ ਜਾਣਕਾਰੀ ਵੀ ਕੀਤੀ ਆ, ਮੇਰੇ ਆਰਟੀਕਲ ਵੀ ਛਪਿਆ, ਮੇਰਾ ਸਪੋਕਸਮੈਨ ਦੇ ਵਿੱਚ ਇੱਕ ਟਾਈਟਲ 'ਚ ਛਪਿਆ ਸੀਗਾ ਬਾਬਾ ਸਿੱਖ ਕੌਮ ਦਾ ਮੁੱਲਕ ਹੀਰਾ ਬਾਬਾ ਬੰਦਾ ਬਹਾਦਰ। ਮੇਰੀ ਉਹਨਾਂ 'ਤੇ ਕਾਫੀ ਜ਼ਿਆਦਾ ਮੈਨੂੰ ਸ਼ੌਕ ਸੀਗਾ। ਇੱਕ ਵਾਰੀ ਮੈਂ ਸੋਚਿਆ ਕਿ ਦਰਬਾਰ ਸਾਹਿਬ ਗਏ ਸੀ ਮੈਂ ਦੋਸਤਾਂ ਨਾਲ, ਤੇ ਮੈਂ ਕਿਹਾ ਯਾਰ ਅਸੀਂ ਇੰਨਾ ਕੁਝ ਪੜ੍ਹਦੇ ਹਾਂ, ਮਾਓ ਜ਼ੇ ਤੁੰਗ ਦੀ ਲਾਲ ਕਿਤਾਬ ਲਈ ਫਿਰਦਾ, ਕੋਈ ਮਾਰਕਸਿਜ਼ਮ ਪੜ੍ਹਦਾ, ਕੋਈ ਕਿਤੇ ਨੈਪੋਲੀਅਨ ਨੂੰ ਪੜ੍ਹ ਰਿਹਾ, ਤੇ ਮੈਂ ਕਿਹਾ ਵੀ ਆਪਾਂ ਸਿੱਖ ਜਿਹਦੇ ਬਾਰੇ ਪੜ੍ਹੀਏ। ਮੈਂ ਉੱਥੇ ਉਹ ਜੀਵਨ ਸਿੰਘ ਚਤਰ ਸਿੰਘ ਵਾਲੀ ਦੁਕਾਨ ਤੇ ਗਏ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਸਿੱਖ ਜਿੰਨੇ ਯੋਧੇ ਉਹਨਾਂ ਬਾਰੇ ਮੈਨੂੰ ਲਿਟਰੇਚਰ ਚਾਹੀਦਾ। ਮੈਨੂੰ ਜਿੰਨਾ ਉਹਨਾਂ ਕੋਲ ਮਿਲਿਆ, ਕੁਝ ਤੇ ਉਹ ਮਿਸ਼ਨਰੀ ਕਾਲਜ ਦੇ ਨਿੱਕੇ ਪੰਪਲੇਟ ਜੇ ਸੀਗੇ ਤੇ ਉਹਦੇ ਵਿੱਚ ਜੱਸਾ ਸਿੰਘ ਰਾਮਗੜੀਆ, ਜਿੰਨੇ ਵੀ ਜਰਨੈਲ ਹਰੀ ਸਿੰਘ ਨਲੂਆ, ਬੰਦਾ ਬਹਾਦਰ ਨੇ ਮੈਨੂੰ ਬਹੁਤ ਟੁੰਬਿਆ। ਫਿਰ ਮੈਂ ਥੋੜਾ ਜਿਹਾ ਹੋਰ ਉੱਤੇ ਕਾਫੀ ਪੜਿਆ। ਮੈਂ ਜੇ ਕੰਮ ਮੇਰੇ ਕੋ ਅੱਜ ਵੀ ਮੇਰੀ ਲਾਇਬ੍ਰੇਰੀ 'ਚ ਇੱਥੇ ਵੀ ਤੇ ਇੰਡੀਆ ਵੀ
ਜਿਹੜੀ ਵੀ ਹੁਣ ਤੱਕ ਬੰਦਾ ਬਹਾਦਰ ਦੀ ਕਿਤਾਬ ਮਿਲ ਜੂਗੀ ਤੁਹਾਨੂੰ, ਮੈਂ ਉਹਨਾਂ ਬਾਰੇ ਬਹੁਤ ਸ਼ਰਧਾ ਰੱਖਦਾ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਬਹੁਤ ਨਲਾਇਕ ਸਟੂਡੈਂਟ ਆ, ਪੜ੍ਹਨ ਦਾ ਬਹੁਤ ਘੱਟ ਆ। ਮੈਂ ਤਾਂ ਤੁਹਾਡੇ ਵਰਗਿਆਂ ਨੂੰ ਸੁਣ ਕੇ ਹੀ ਗਾਹਾਂ ਲੱਗਿਆ। ਨਹੀਂ ਬਾਹਰ ਮੈਂ ਤੁਹਾਡੇ ਕੋਲ ਜਾਣਨਾ ਹੈ ਚਾਹੁੰਦਾ ਜਿਹੜੇ ਭੁਲੇਖੇ ਪਏ। ਸਭ ਤੋਂ ਪਹਿਲਾ ਭੁਲੇਖਾ ਕਰਮ ਸਿੰਘ ਹਿਸਟੋਰੀਅਨ ਨੇ ਜਦੋਂ ਕਿਤਾਬ ਲਿਖੀ ਬੰਦਾ ਬਹਾਦਰ ਦੇ ਉੱਤੇ, ਤੇ ਉਹਨਾਂ ਨੇ ਇੱਕ ਕਹਿਤਾ ਕਿ ਮੈਨੂੰ ਕਿਤੇ ਪ੍ਰਮਾਣ ਨਹੀਂ ਮਿਲਿਆ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀਗਾ। ਇਸ ਤੋਂ ਬਾਅਦ ਗੱਲ ਚੱਲਦੀ ਆ ਕਿ ਭਾਈ ਪਰਮਾਨੰਦ ਹੀ ਲਾਹੌਰ ਵਾਲੇ, ਉਹਨਾਂ ਨੇ ਪੂਰੇ ਦਾ ਪੂਰਾ ਵਿਖਿਆਨ ਲਿਖਤਾ ਕਿ ਬੰਦਾ ਬਹਾਦਰ ਸਿੱਖ ਬਣਿਆ ਕਦੀ ਨਹੀਂ, ਉਹਨੂੰ ਸਿੱਖ ਯੋਧਾ ਕਹਿਣਾ ਗਲਤ ਆ। ਉਹ ਤੇ ਹਿੰਦੂ ਕੌਮ ਦੀ ਆਨ ਸ਼ਾਨ ਲਈ ਲੜਿਆ, ਤੇ ਜਦੋਂ ਵਾਪਸ ਆਇਆ ਤੇ ਜਿਹੜੇ ਬੈਰਾਗੀ ਸੀ ਜਾਂ ਜਿਹੜੇ ਲੋਕ ਉਦੋਂ ਖੁੰਦਰਾ ਜੋੜੇ ਸੀ ਉਹ ਸਾਰੇ ਬਾਹਰ ਨਿਕਲ ਆਏ ਤੇ ਉਹਨਾਂ ਨੇ ਮੁਗਲਾਂ ਦਾ ਮੁਕਾਬਲਾ ਕੀਤਾ। ਉਸ ਤੋਂ ਬਾਅਦ ਕਰਮ ਸਿੰਘ ਹਿਸਟੋਰੀਅਨ ਨੇ ਦੁਬਾਰਾ ਕਿਤਾਬ ਲਿਖੀ ਬੰਦਾ ਬਹਾਦਰ ਕੌਣ ਥਾ। ਫਿਰ ਉਸ ਕਿਤਾਬ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਮੈਂ ਹੁਣ ਇਤਿਹਾਸਕ ਹਵਾਲਿਆਂ ਨਾਲ ਦੱਸਦਾ ਕਿ ਉਹਨੇ ਅੰਮ੍ਰਿਤ ਕਿੱਦਾਂ ਛਕਿਆ। ਇਹ ਤੁਸੀਂ ਕਿਉਂਕਿ ਇੱਥੇ ਕੰਮ ਕਰ ਰਹੇ ਹੋ, ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ ਇਹਨਾਂ ਚੀਜ਼ਾਂ ਨੂੰ, ਔਰ ਥੋੜਾ ਹੋਰ ਕਹੋ ਨਾ ਵੇਖਿਆ ਹੋਵੇਗਾ। ਸਾਡੇ ਨਾਲੋਂ ਬਿਹਤਰ ਤੁਸੀਂ ਵੇਖਿਆ ਹੋਵੇਗਾ ਕਿ ਤੁਸੀਂ ਸਸਤਾ ਚਲਾਉਂਦੇ ਹੋ। ਨਹੀਂ, ਗੱਲ ਇਹ ਗਿੱਲ ਸਾਹਿਬ, ਮੈਂ ਤੁਹਾਨੂੰ ਉਹੀ ਗੱਲ ਜਿਹੜੀ ਪਹਿਲਾਂ ਮੈਂ ਤਾਂ ਇੱਕ ਗੱਲ ਕਰਦਾ ਵੀ ਉਹਨੂੰ ਕਿੱਥੇ ਕਿੱਥੇ ਕਿਵੇਂ ਕਿਵੇਂ ਜੋੜੀ ਜਾ ਰਹੇ ਨੇ। ਤੇ ਅਸਲੀ ਗੱਲ ਜਿਹੜੀਆਂ ਗੱਲਾਂ ਮੈਂ 3 ਗੱਲਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜੀ ਉਹਨਾਂ ਨੇ ਸਮਾਜ ਨੂੰ ਦੇਣ ਦਿੱਤੀ ਆ, ਇੱਕ ਸ਼ੀਸ਼ਾ ਦਿਖਾਇਆ, ਮੈਂ ਤਾਂ ਉਹਨਾਂ ਗੱਲਾਂ ਦਾ ਫੈਨ ਆ। ਬਾਕੀ ਕਿਉਂਕਿ ਜਿਹੜੇ ਰਾਈਟਰ ਹੈ ਉਹਦੇ ਕੱਲ ਪਰਸੋਂ ਵੀ ਪ੍ਰਿੰਸੀਪਲ ਰਾਮ ਸਿੰਘ ਹੋਣੀ ਬੋਲਦੇ ਕਹਿ ਰਹੇ ਸੀ ਵੀ ਕਈ ਵਾਰੀ ਕਰਨੀ ਇਤਿਹਾਸ ਨੂੰ ਜੇ ਬਦਲ ਕੇ ਰੱਖ ਦਿੰਦਾ ਤਾਂ ਰਾਈਟਰ ਆਪਦੀ ਕਲਮ ਨਾਲ ਆਪਦੇ ਹਿਸਾਬ ਨਾਲ ਗੱਲ ਨੂੰ ਕਰਦਾ ਤੇ ਉਹਦੀ ਕਲਮ ਬਦਲ ਦਿੰਦੀ ਆ। ਉਹਦੀ ਕਲਮ ਬਦਲਦੀ ਆ ਉਹਦੇ ਹਿਸਾਬ ਨਾਲ ਜਿਹੜਾ ਰਾਈਟਰ ਲਿਖਦਾ, ਤੇ ਉਹ ਕਿੰਨੀ ਕੁ ਉਹਦੇ ਵਿੱਚ ਇਤਿਹਾਸਕ ਸੱਚਾਈ ਹੁੰਦੀ ਆ, ਉਹ ਗੱਲਾਂ ਵੱਖਰੀਆਂ ਨੇ। ਪਰ ਬਾਬਾ ਜੀ ਆਪਾਂ ਦੇ ਜਿਹੜਾ ਇਤਿਹਾਸ ਚੋਂ ਹੀ ਲੈਣੀਆਂ ਨਾ ਚੀਜ਼ਾਂ, ਵੇਖੋ ਜੋ ਸਾਡੇ ਸਾਹਮਣੇ ਕੁਝ ਲਿਖਤਾਂ ਦੇ ਰੂਪ ਚ ਸ਼ਾਮਲ ਹੈ, ਕੋਈ ਆਪਾਂ ਬਾਬਾ ਜੀ ਨੂੰ ਤਾਂ ਜਾ ਕੇ ਪੁੱਛ ਨਹੀਂ ਸਕਦੇ ਵੀ ਤੁਸੀਂ ਕੀ ਕਰ ਰਹੇ ਸੀ। ਨਹੀਂ, ਤੁਹਾਡੇ ਉਹਦੇ ਵਿੱਚ ਮੈਂ ਜ਼ਰੂਰ ਕਹਿਣਾ ਕਿ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹੁਣ ਯੂਨੀਵਰਸਿਟੀਆਂ ਨੇ ਉੱਥੇ ਵੱਡੇ ਵਿਦਵਾਨ ਬੈਠੇ, ਜਿਹੜੀ ਗਲਤ ਹੈ ਉਹਨੂੰ ਕੱਟਿਆ ਜਾਵੇ, ਜਿਹੜੀ ਸਹੀ ਗੱਲ ਆ ਉਹਨੂੰ ਸਾਹਮਣੇ ਲਿਆਂਦਾ ਜਾਵੇ। ਤੇ ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਤੋਂ ਇੱਕ ਸਪਸ਼ਟ ਕਲੀਅਰ ਚੀਜ਼ ਦੱਸੀ ਜਾਵੇ ਕਿ ਅਸੀਂ ਬਾਬਾ ਬੰਦਾ ਬਹਾਦਰ ਨੂੰ ਕੀ ਸਮਝਦੇ ਹਾਂ, ਇੱਕ ਲਾਈਨ ਖਿੱਚੀ ਜਾਵੇ ਕਿ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਭਰਮ ਰਵੇ ਹੀ ਨਾ। ਨਹੀਂ, ਦੇਖੋ ਤੁਹਾਨੂੰ ਮੈਂ ਦੱਸਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਫਤਿਹਗੜ੍ਹ ਸਾਹਿਬ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਕਾਲਜ ਬਣਿਆ ਜਾਂ ਹੋਰ ਵੀ ਬਣਿਆ, ਪਰ ਮੈਂ ਸਮਝਦਾ ਇਹ ਕੁਝ ਵੀ ਨਹੀਂ ਬਣਿਆ ਜਿਹੜਾ ਬਣਨਾ ਚਾਹੀਦਾ ਸੀ। 2010 ਦੇ ਵਿੱਚ 300 ਸਾਲਾ ਸਰਹੰਦ ਫਤਿਹ ਦਿਵਸ ਦਾ ਦਿਹਾੜਾ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਮਨਾਇਆ ਗਿਆ। ਅਸੀਂ ਮਨਾਇਆ ਸੀ ਚੱਪੜਚਿੜੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ, ਅਤੇ ਉੱਥੇ ਮਨਾਇਆ ਗਿਆ ਇਹਨਾਂ ਨੇ ਸਰਹੰਦ ਮਨਾਇਆ ਸੀ ਪ੍ਰਕਾਸ਼ ਸਿੰਘ ਬਾਦਲ। ਹੋਰ ਮੇਰਾ ਕਹਿਣ ਤੋਂ ਭਾਵ ਸਰਕਾਰਾਂ ਨੇ, ਸ਼੍ਰੋਮਣੀ ਕਮੇਟੀ ਨੇ, ਸਾਰੇ ਉਹਦੇ ਵਿੱਚ ਮੰਨਣ ਜਾਂ ਨਾ ਮੰਨਣ ਦੀ ਤਾਂ ਕੋਈ ਉਹ ਗੁੰਜਾਇਸ਼ ਨਹੀਂ ਹੈ ਵੀ ਨਾ ਮੰਨਣ ਵਾਲੀ ਗੱਲ ਕੀਤੀ, ਪਰ ਮੈਂ ਸਮਝਦਾ ਕਿ ਜੋ ਉਸ ਮਹਾਨ ਯੋਧੇ ਜਰਨੈਲ ਨੂੰ ਸਥਾਨ ਮਿਲਣਾ ਚਾਹੀਦਾ ਸੀ ਇਤਿਹਾਸ ਦੇ ਵਿੱਚ ਨਹੀਂ ਮਿਲਿਆ। ਜਿਹੜੀਆਂ ਅਜਿਹੀਆਂ ਗੱਲਾਂ ਜਾਂ ਅਜਿਹੀਆਂ ਲਿਖਤਾਂ ਨੇ ਇੱਕ ਭਰਮ ਭੁਲੇਖੇ ਪਾ ਕੇ ਉਹਦੀ ਐਡੀ ਵੱਡੀ ਬਹਾਦਰੀ, ਐਡੀ ਵੱਡੀ ਦੇਣ, ਐਡੀ ਵੱਡੀ ਸੂਰਬੀਰਤਾ, ਐਡੀ ਵੱਡੀ ਸ਼ਹਾਦਤ ਨੂੰ ਜਿਹੜਾ ਅਣਗੌਲਿਆਂ ਕਰਨ ਵਾਲੀ ਗੱਲ ਕੀਤੀ। ਮੈਂ ਤੁਹਾਨੂੰ ਕਹਿ ਰਿਹਾ ਵੀ 89 'ਚ ਮੈਂ ਪਹਿਲਾ ਫੰਕਸ਼ਨ ਕੀਤਾ, ਮੈਨੂੰ ਕੋਈ 88 'ਚ 87 'ਚ ਜਾਂ ਕੋਈ ਪਿੱਛੇ ਵੀ ਜਿੱਥੇ ਬਾਬਾ ਜੀ ਦਾ ਮੈਂ ਪੜ੍ਹਦਾ ਹੁੰਦਾ ਸੀਗਾ ਲੇਖ ਆਪਣੇ ਹਰਚੰਦ ਸਿੰਘ ਸਰਹੰਦੀ, ਉਹ ਪੰਜਾਬੀ ਟ੍ਰਿਬਿਊਨ 'ਚ ਉਹਨਾਂ ਦਾ ਹਾਫ ਪੇਜ ਲੱਗਿਆ ਲਿਖਦੇ, ਉਹ ਬੜਾ ਲਿਖਦੇ ਸੀ, ਬੜੀ ਮਿਹਨਤ ਕਰਦੇ ਸੀ। ਮੈਨੂੰ ਯਾਦ ਆ ਜਦੋਂ ਸਾਡਾ ਸੰਪਰਕ ਆਇਆ ਅਸੀਂ ਉਹਨਾਂ ਨੂੰ ਲੈ ਕੇ ਆਏ, 골ਡ ਮੈਡਲ ਪਾਇਆ, ਕਿਉਂਕਿ ਉਹੀ ਮਨ ਦੇ ਵਿੱਚ ਇੱਕ ਸ਼ਰਧਾ ਸਤਿਕਾਰ ਸੀ ਵੀ ਇਹਨਾਂ ਨੇ ਬਾਬਾ ਬੰਦਾ ਬਹਾਦਰ ਬਾਰੇ ਲਿਖਿਆ, ਬਸ ਸਿਰਫ ਇਹ ਇੱਕ ਮਨੋ ਸਤਿਕਾਰ ਸੀ। ਤੇ ਮੇਰਾ ਕਹਿਣ ਤੋਂ ਭਾਵ ਜਿਹੜਾ ਇਹ ਕਨਫਿਊਜ਼ਨ ਤਾਂ ਸਾਰਿਆਂ ਜਿਹੜੇ ਪੁਰਾਣੇ ਵੱਡੇ ਮੈਂ ਸਮਝਦਾ ਸ਼ਖਸੀਅਤਾਂ ਹੋਈਆਂ ਨੇ ਕਿਤੇ ਨਾ ਕਿਤੇ ਕੋਈ ਪੈਦਾ ਕਰਦਾ, ਤੇ ਉਹਦੇ ਨਾਲ ਸ਼ਾਇਦ ਲੋਕਾਂ ਦੀ ਕਿਤੇ ਨਾ ਕਿਤੇ ਸ਼ਰਧਾ ਸਤਿਕਾਰ 'ਚ ਵੀ ਫਰਕ ਪੈਂਦਾ, ਜੋ ਜਿੰਨੀ ਕੁ ਮੇਰੀ ਸੋਚ ਹੈ। ਪਰ ਮੈਂ ਸਮਝਦਾ ਕਿ ਜਿਹੜੀ ਉਹਨਾਂ ਦੀ ਦੇਣ ਹੈ, ਜਿਹੜੀ ਉਹਨਾਂ ਦੀ ਕੁਰਬਾਨੀ ਹੈ, ਉਹਨੂੰ ਜ਼ਿਆਦਾ ਮੁੱਖ ਰੱਖ ਕੇ ਗੱਲ ਕਰਨੀ ਚਾਹੀਦੀ ਹੈ ਸਾਡੇ ਇਤਿਹਾਸਕਾਰਾਂ ਨੂੰ ਜਾਂ ਹੋਰ। ਤੇ ਜਦ ਇਹ ਕਨਫਿਊਜ਼ਨ ਕਿ ਇੱਕ ਰਾਈਟਰ ਕੁਛ ਕਹਿ ਰਿਹਾ, ਦੂਸਰਾ ਕੁਛ ਕਹਿ ਰਿਹਾ, ਤੀਸਰਾ ਕੁਛ ਕਹਿ ਰਿਹਾ, ਤੇ ਪਰ ਜਿਹੜੀ ਗੱਲ ਨਾ ਤਾਂ ਗੁਰੂ ਸਾਹਿਬ ਦੀ ਚੋਇਸ ਮਾੜੀ ਹੋ ਸਕਦੀ ਹੈ, ਨਾ ਗੁਰੂ ਸਾਹਿਬ ਨੇ ਜੋ ਉਹਨਾਂ ਦੇ ਆਸ਼ੇ ਮੁਤਾਬਕ ਉਹਨਾਂ ਨੇ ਜੋ ਹੁਕਮ ਲਾਇਆ ਉਹਦੇ ਮੁਤਾਬਕ ਮੈਂ ਸਮਝਦਾ ਉਹਨਾਂ ਨੇ ਸਾਰਾ ਕੰਮ ਕੀਤਾ। ਉਹਨਾਂ ਦੀ ਸ਼ਹਾਦਤ ਲਾਮਿਸਾਲ ਹੈ, ਕਿਸ ਤਰ੍ਹਾਂ 740 ਸਿੰਘਾਂ ਦੀ ਸ਼ਹਾਦਤ ਹੋਈ, ਕਿਸ ਤਰ੍ਹਾਂ ਬਾਬਾ ਜੀ ਦੀ ਸ਼ਹਾਦਤ ਹੋਈ, ਇਹ ਸਾਰੀਆਂ ਗੱਲਾਂ ਬੜੀਆਂ ਵਡਮੁੱਲੀਆਂ ਨੇ। ਤੇ ਇਸ ਪਾਸੇ ਨੂੰ ਸਾਡੇ ਇਤਿਹਾਸਕਾਰਾਂ ਨੂੰ, ਸਾਡੇ ਰਾਈਟਰਾਂ ਨੂੰ
ਜ਼ਿਆਦਾ ਧਿਆਨ ਦੇਣਾ ਚਾਹੀਦਾ ਤੇ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੀਦਾ। ਬਿਲਕੁਲ ਜੀ। ਅੱਛਾ, ਕੁਝ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਬਾਬਾ ਬੰਦਾ ਬਹਾਦਰ ਨੂੰ ਗੁਰੂ ਸਾਹਿਬ ਅਚਾਨਕ ਨਹੀਂ ਮਿਲੇ, ਇੱਕ ਵਾਰੀ ਉਹਨਾਂ ਦਾ ਮਿਲਾਪ ਕਿਤੇ ਬਹੁਤ ਪਹਿਲਾਂ ਵੀ ਹੋਇਆ ਸੀ। ਹਾਂ, ਇਹ ਵੀ ਹੈ। ਇਹ ਇੱਕ ਗੱਲ ਚੱਲਦੀ ਹੈ ਕਿ ਉਹ ਜਾਣਦੇ ਸੀ, ਜਦੋਂ ਗੁਰੂ ਸਾਹਿਬ ਨੂੰ ਇਹ ਸਵਾਲ ਕੀਤਾ ਵੀ ਤੂੰ ਕੌਣ ਹੈ, ਤੇ ਉਹਨੇ ਕਿਹਾ ਜੀ ਮੈਂ ਤੁਹਾਡਾ ਬੰਦਾ ਹੈ ਨਾ। ਤੇ ਨਾਲ ਇਹ ਵੀ ਕਿਹਾ, ਇੱਕ ਹੋਰ ਸ਼ਬਦ ਵੀ ਉਹਨਾਂ ਬਾਰੇ ਵਰਤਦੇ ਆ ਕਿ ਗੁਰੂ ਸਾਹਿਬ ਨੇ ਉਹਨੂੰ ਕਿਹਾ ਮੋੜਵੇਂ ਰੂਪ ਚ ਕਿ ਮੈਂ ਉਹ ਆ ਜਿਹਨੂੰ ਤੂੰ ਜਾਣਦੇ ਸੀ ਇੱਕ ਦੂਜੇ ਨੂੰ ਪਹਿਲਾਂ ਤੋਂ। ਉਹਨਾਂ ਦੀ ਪੈੜ ਨੱਪਦੇ ਗੁਰੂ ਸਾਹਿਬ ਉੱਥੇ ਗਏ, ਕਿਉਂਕਿ ਲਗਾਤਾਰ 3 ਸਾਲ ਜਦੋਂ ਜੇ ਇਤਿਹਾਸ ਤੇ ਨਿਗਾਹ ਮਾਰੀਏ ਤੇ ਜਿਸ ਤਰ੍ਹਾਂ ਬਹਾਦਰ ਸ਼ਾਹ ਦੀ ਮਦਦ ਕੀਤੀ ਸਿੱਖ ਯੋਧਿਆਂ ਨੇ, ਕਿਹਾ ਜਾਂਦਾ ਕਿ ਭਾਈ ਧਰਮ ਸਿੰਘ ਦੀ ਕਮਾਂਡ 'ਚ 500 ਦੇ ਕਰੀਬ ਸਿੱਖ ਗਏ, ਉਹ ਉਸ ਤੋਂ ਬਾਅਦ ਖਿਲਤ ਵੀ ਦਿੱਤੀ। ਪਰ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਇੱਕ ਮਜਬੂਰੀ ਬਣ ਗਈ ਸੀ ਕਿ ਉਹ ਸ਼ਾਹੀ ਫੌਜਾਂ ਦੇ ਨਾਲ ਰਹੇ। ਇਹ ਤੋਂ ਵੀ ਬੜੇ ਕਨਫਿਊਜ਼ਨ ਹੋਏ। ਇੱਥੋਂ ਤੱਕ ਇੱਕ ਵਾਰੀ ਟੌੜਾ ਸਾਹਿਬ ਗਏ ਸੀਗੇ, ਮੈਂ ਰੰਗਾਬਾਦ ਪੜ੍ਹਿਆ, ਜਿਵੇਂ ਆਪਣੀ ਉੱਥੋਂ ਇੰਜੀਨੀਅਰਿੰਗ ਉੱਥੋਂ ਕੀਤੀ ਸੀਗੀ। ਉੱਥੇ ਜਿਹੜਾ ਮਹਾਰਾਸ਼ਟਰ ਸਕੂਲ ਬੋਰਡ ਦੀ 5ਵੀਂ ਦੀ ਕਿਤਾਬ ਸੀ, ਉਹਦੇ ਵਿੱਚ ਗੁਰੂ ਸਾਹਿਬ ਬਾਰੇ ਬੜੇ ਮਾੜੇ ਸ਼ਬਦ ਲਿਖੇ ਹੋਏ ਸੀਗੇ। ਗੁਰੂ ਸਾਹਿਬ ਬਾਰੇ ਲਿਖਿਆ ਸੀ ਕਿ ਮੁਗਲਾਂ ਦਾ ਪਹਾੜੇ ਦਾ ਟੱਟੂ ਹੈ, ਗੁਰੂ ਗੋਬਿੰਦ ਸਿੰਘ ਬਾਰੇ। ਉੱਥੇ ਬੜਾ ਇਹਨਾਂ ਜ਼ੋਰਦਾਰ ਸ਼ਬਦਾਂ 'ਚ ਇਹਦੀ ਨਿਖੇਧੀ ਕੀਤੀ, ਉਹ ਹਟਾਇਆ ਗਿਆ। ਇਸੇ ਤਰ੍ਹਾਂ ਹੀ ਬਾਬਾ ਬੰਦਾ ਬਹਾਦਰ ਬਾਰੇ ਵੀ ਕੁਝ ਇਸ ਤਰ੍ਹਾਂ ਦੇ ਕਨਫਿਊਜ਼ਨ ਜਿਹੜੇ ਆ ਉਹ ਲਗਾਤਾਰ ਚੱਲਦੇ ਆ ਰਹੇ ਆ। ਉਹਨੂੰ ਜਾਦੂਗਰ ਦੱਸਣਾ, ਮੰਜੇ ਉਲਟਾ ਦੇਣਾ, ਪੁੱਠੀਆਂ ਸਿੱਧੀਆਂ ਗੱਲਾਂ ਕਰਨਾ। ਕੋਈ ਗੱਲਾਂ ਦੇਖੋ ਜੀ, ਮੈਂ ਤਾਂ ਉਹਦੇ ਕਹਿਣ ਵੀ ਮੈਨੂੰ ਤਾਂ ਕੋਈ ਹਜਮ ਨਹੀਂ ਆ ਰਹੀਆਂ ਇਹੋ ਜਿਹੀਆਂ ਗੱਲਾਂ। ਅਸਲੀ ਤਾਂ ਜਿਹੜੀ ਉਹਨਾਂ ਦਾ ਮਿਲਾਪ ਤੇ ਜਿਹੜੇ ਉਹਨਾਂ ਦੇ ਕੀਤੇ ਕੰਮ, ਮੈਂ ਤਾਂ ਉਹਨਾਂ ਨੂੰ ਇਹ ਬਾਬਾ ਜੀ ਜਾਣਬੁੱਝ ਕੇ ਵਿਗਾੜ ਪਿਆ ਵੀ ਹੈ ਨਾ, ਜਿਹਦੇ ਕਰਕੇ ਕਰ ਰਹੇ। ਹੁਣ ਦੇਖੋ ਇੱਕ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਵੱਖ-ਵੱਖ ਰਾਈਟਰ, ਇੱਕ ਤਾਂ ਇਹ ਆਉਂਦਾ ਹੈ ਕਿ ਡੇਰਾ ਬਾਬਾ ਰਾਮ ਥੰਮਣ, ਉੱਥੇ ਉਹ ਗੁਰੂ ਨਾਨਕ ਦੇਵ ਜੀ ਦੇ ਜੋ ਮਸੇਰ ਭਰਾ ਸੀਗੇ ਉਹ ਵੀ ਬੈਰਾਗੀ ਸੀ। ਸੁਣੋ, ਮਹੰਤ ਜੈਤ ਰਾਮ ਜਿਹੜਾ ਰਾਜਸਥਾਨ ਤੋਂ, ਜਿਨ੍ਹਾਂ ਨੇ ਗੁਰੂ ਸਾਹਿਬ ਦੇ ਬਾਜ ਨੂੰ ਸ਼ਾਇਦ ਚੂਰੀ ਖਿਲਾਈ, ਇਹ ਵੀ ਆਉਂਦਾ ਇਤਿਹਾਸ ਦੇ ਵਿੱਚ ਆਉਂਦਾ। ਤੇ ਉਹਨਾਂ ਵੱਲੋਂ ਵੀ ਆਉਂਦਾ ਕਿ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੂੰ ਉੱਥੇ ਜਾ। ਤੇ ਇੱਕ ਇਹ ਵੀ ਆਉਂਦਾ ਕਿ ਇਹਨਾਂ ਦਾ ਤਾਂ ਮੇਲ ਗੁਰੂ ਸਾਹਿਬ ਦਾ ਪਹਿਲਾਂ ਹੀ ਹੋ ਚੁੱਕਿਆ ਸੀਗਾ, ਬਾਬਾ ਬੰਦਾ ਬਹਾਦਰ ਦਾ ਪਹਿਲਾਂ ਹੋਇਆ। ਉਹ ਤੁਹਾਡੀ ਗੱਲ ਠੀਕ ਹੈ, ਵੱਖ-ਵੱਖ ਰਾਈਟਰ ਵੱਖ-ਵੱਖ ਆਪਣੇ ਹਿਸਾਬ ਨਾਲ ਪੇਸ਼ ਕਰਦੇ ਨੇ ਇਤਿਹਾਸ ਨੂੰ। ਪਰ ਮੈਂ ਤਾਂ ਤੁਹਾਨੂੰ ਆਪਣੀ ਸ਼ਰਧਾ ਸਤਿਕਾਰ ਹੀ ਦੱਸ ਸਕਦਾ, ਇਹ ਦੂਗਾ ਜ਼ਿਆਦਾ ਲਿਖਤਾਂ ਦੇ ਵਿੱਚ, ਜ਼ਿਆਦਾ ਡਿਟੇਲ ਦੇ ਵਿੱਚ ਕਿ ਕਿਸ ਨੇ ਕੀ ਕਿਹਾ, ਕਿਸ ਨੇ ਕੀ ਕਿਹਾ, ਉਸ ਤੇ ਮੈਂ ਨਹੀਂ ਸਮਝਦਾ ਕਿ ਮੈਂ ਤਾਂ ਤੁਹਾਨੂੰ ਆਪ ਦੱਸਦਾ, ਮੈਂ ਕਹਾਂ ਮੈਂ 100 ਕਿਤਾਬ ਪੜ੍ਹੀ। ਜਦੋਂ ਕਿਤਾਬਾਂ ਪੜ੍ਹਦੇ ਆ ਨਾ ਬਾਬਾ ਜੀ, ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ। ਭਾਈ ਮਨੀ ਸਿੰਘ ਦਾ ਵੀ ਜ਼ਿਕਰ ਆਉਂਦਾ ਆ, ਮਾਤਾ ਸੁੰਦਰੀ ਨੂੰ ਲਿਖੀ ਚਿੱਠੀ ਦਾ ਜ਼ਿਕਰ ਆਉਂਦਾ ਆ ਕਿ ਪੰਜਾਬ ਸਾਰੇ 'ਚ ਗੋਗਾ ਹੈ, ਤੇ ਬੰਦਾ ਬਹਾਦਰ ਦੇ ਖਿਲਾਫ ਇੱਕ ਸਾਜ਼ਿਸ਼ ਰਚੀ ਜਾਂਦੀ ਆ। ਮਾਤਾ ਸੁੰਦਰੀ ਕੋਲੋਂ ਹੁਕਮਨਾਮੇ ਕਰਾਏ ਜਾਂਦੇ ਆ, ਭਾਈ ਨੰਦ ਲਾਲਣਾ ਨੂੰ ਯੂਜ਼ ਕੀਤਾ ਜਾਂਦਾ। ਬਹੁਤ ਕੁਝ ਆਉਂਦਾ ਪੜ੍ਹਦੇ ਜਦੋਂ ਆਪਾਂ ਪੜ੍ਹਦੇ ਆ ਚੀਜ਼ਾਂ, ਔਰ ਪੜ੍ਹਨੀਆਂ ਜ਼ਰੂਰੀ ਵੀ ਆ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਇਤਿਹਾਸ 'ਚ ਕਿੱਥੇ ਕਿਸੇ ਨੇ ਕਾਣ ਪਾਉਣ ਦੀ ਕੋਸ਼ਿਸ਼ ਕੀਤੀ ਆ। ਮੈਂ ਸਮਝਦਾ ਉਸ ਤਰ੍ਹਾਂ ਦੇ ਬੰਦੇ ਵੀ ਨਾਲ ਦੀ ਨਾਲ ਹੀ ਚੱਲਦੇ ਆ, ਇਤਿਹਾਸ ਦੇ ਵਿੱਚ ਤੁਰੇ ਆ ਰਹੇ ਆ, ਤੇ ਉਹ ਆਪਣਾ ਰੋਲ ਅਦਾ ਕਰਦੇ ਆ, ਤੇ ਜਿਹੜੇ ਪੋਜ਼ਿਟਿਵ ਰੋਲ। ਅੱਛਾ, ਇੱਕ ਉਹਨਾਂ ਬਾਰੇ ਬੰਦਾ ਬਹਾਦਰ ਬਾਰੇ ਬਹੁਤ ਬਾਅਦ 'ਚ ਕੁਝ ਲੋਕਾਂ ਲਿਖਿਆ। ਮੇਰੇ ਖਿਆਲ ਡਾਕਟਰ ਦਲਗੀਰ ਦੀ ਬੁੱਕ 'ਚ ਵੀ ਇਸ ਗੱਲ ਦਾ ਜ਼ਿਕਰ ਹੈ। ਕੁਝ ਇੱਕ ਸੁਖਪਾਲ ਸਿੰਘ ਦੀ, ਉਹ ਜਿਹੜੇ ਸੁਖਦਿਆਲ ਸਿੰਘ ਹੀਰੀ ਪੰਜਾਬੀ ਹਿਸਟਰੀ ਵਾਲੇ, ਉਹਨਾਂ ਦੀ ਕਿਤਾਬ 'ਚ ਵੀ ਜ਼ਿਕਰ ਹੈ। ਉਹ ਕਹਿੰਦੇ ਨੇ ਕਿ ਬਾਬਾ ਬੰਦਾ ਬਹਾਦਰ ਨੇ ਪੂਰੀ ਵਾਹ ਲਈ, ਜਦੋਂ ਫੁੱਟ ਵੀ ਪਈ ਲਾਹੌਰ ਦੇ ਬਾਹਰ ਜਾ ਕੇ ਇਹਨਾਂ ਨੇ ਉੱਥੇ ਸਿੱਖਾਂ ਨੂੰ ਕਿਹਾ ਵੀ ਇਕੱਠੇ ਹੋਈਏ, ਅਸੀਂ ਇਕੱਠੇ ਹੋ ਕੇ ਇਸ ਸਾਮਰਾਜ ਦਾ ਟਾਕਰਾ ਕਰ ਸਕਦੇ ਹਾਂ, ਨਹੀਂ ਤੇ ਨਹੀਂ ਕਰ ਸਕਦੇ। ਪਰ ਜਿਹੜੀ ਉਹ ਲਾਈਨ ਖਿੱਚੀ ਗਈ ਉਹਨਾਂ ਦੇ ਜੀਂਦੇ ਜੀ ਹੀ ਬੰਦਈ ਸਿੰਘਾਂ ਵਾਲੀ ਤੇ ਦੂਸਰੀ, ਉਹ ਇੱਕ ਬਹੁਤ ਘਾਤਕ ਵਰਤਾਰਾ ਜਿਹੜਾ ਉਹ ਮੰਨਿਆ ਜਾਂਦਾ। ਇੱਥੋਂ ਤੱਕ ਵੀ ਲਿਖਿਆ ਕੁਝ ਲੋਕਾਂ ਨੇ ਕਿ ਜਦੋਂ ਗੁਰਦਾਸ ਨੰਗਲ ਦੀ ਗੜੀ ਤੱਕ ਤੇ ਇਕੱਠੇ ਸੀ ਨਾ, ਤੇ ਜਦੋਂ ਉਹਨਾਂ 'ਚ ਤਕਰਾਰ ਹੋਈ ਭਾਈ ਬਾਬਾ ਜੀ ਨਾਲ, ਉਹਨਾਂ ਨਾਲ ਤਿੰਨਾਂ ਪੁੱਤ ਤੇ ਪੋਤਰਾ ਤੇ ਭਾਈ ਮੀਰੀ ਸਿੰਘ, ਕਾਹਨ ਸਿੰਘ ਤੇ ਬਾਬਾ ਜੀ ਵੱਡੇ ਜਿਹੜੇ ਆਪਣੇ, ਉਹਨਾਂ ਦਾ ਨਾਮ ਹੈ ਵਿਸਰ ਰਿਹਾ। ਅੱਛਾ, ਉਹਨਾਂ ਨੇ ਤਲਵਾਰ ਸੂਤ ਲਈ ਸੀ, ਤੇ ਉਹਨਾਂ ਦੇ ਬੇਟੇ ਨੇ ਵਿੱਚ ਪੈ ਕੇ ਰਸਤਾ ਉਹਨੂੰ ਕਿਹਾ ਵੀ ਤੁਸੀਂ ਵੀ ਨਹੀਂ ਇਕੱਠੇ ਚੱਲ ਸਕਦੇ ਤੇ ਬਾਹਰ ਚੱਲ ਜਾਓ। ਜੇ ਉਦੋਂ ਉਹ ਧੜਾ ਬਿਸ਼ਨ ਸਿੰਘ ਬਾਬਾ ਜੀ ਵਾਲਾ ਨਾ ਉਹਨਾਂ ਦਾ ਸਾਥ ਛੱਡਦਾ, ਜੇ ਉਹਨਾਂ ਨੂੰ ਸੇਫ ਰਸਤਾ ਮਿਲ ਸਕਦਾ ਸੀਗਾ, ਤੇ 7-8 ਮਹੀਨੇ ਜਿਹੜੀ ਦੁਰਦਸ਼ਾ ਆਪਾਂ ਦੇਖੀ ਆ, ਤੇ ਸ਼ਾਇਦ ਪੰਜਾਬ ਦਾ ਇਤਿਹਾਸ ਕੋਈ ਹੋਰ ਹੁੰਦਾ। ਬਿਲਕੁਲ ਠੀਕ, ਇਹ ਤਾਂ ਹੈ ਹੀ ਜੀ, ਕਿਤੇ ਨਾ ਕਿਤੇ ਇਤਿਹਾਸਕ ਗਲਤੀਆਂ ਇਤਿਹਾਸ ਨੂੰ ਹੋਰ ਪਾਸੇ ਦਿਸ਼ਾ ਦੇ। ਇੱਕ ਤੁਸੀਂ ਬਾਬਾ ਜੀ ਵੇਖੀ ਹੋਣੀ ਆ, ਜ਼ਰੂਰ ਤੁਸੀਂ ਇਸ ਤੇ ਵੀ ਕੰਮ ਕਰਿਓ। ਇੱਕ ਹੁਣ ਇੱਕ PCS ਅਫਸਰ ਆ,
ਉਹਦੀ ਇੱਕ ਡਾਕੂਮੈਂਟਰੀ ਆ ਰਹੀ ਹੈ ਕਾਫੀ ਦਿਨ, ਡਾਕੂਮੈਂਟਰੀ ਕੀ ਉਹਦੀ ਇੱਕ ਵੀਡੀਓ ਬੜੀ ਆ ਰਹੀ ਹੈ, ਜੇ ਤੁਹਾਡੇ ਕੋਲ ਨਹੀਂ ਤਾਂ ਮੈਂ ਤੁਹਾਨੂੰ ਭੇਜ ਦਾਂਗਾ। ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰਾ ਹੋਰ ਜ਼ਿਕਰ ਕੀਤਾ ਹੈ ਲੋਹਗੜ੍ਹ ਵਾਲੇ ਕਿਲ੍ਹੇ ਨੂੰ ਲੈ ਕੇ। ਉਹ ਕਹਿੰਦੇ ਕਿ ਇਕੱਲੇ ਲੋਹਗੜ੍ਹ ਵਾਲਾ ਕਿਲ੍ਹਾ ਹੀ ਨਹੀਂ, ਪੰਜਾਬ ਦੇ ਵਿੱਚ ਉਸ ਸਮੇਂ ਬਰਾਬਰ ਦੇ ਉੱਤੇ 40 ਕਿਲ੍ਹਿਆਂ ਦੀ ਇੱਕ ਚੇਨ ਸੀਗੀ। ਇੱਕ ਦੇਖੋ ਗੱਲ ਉਹੀ ਆ, ਇੱਕ ਰੋਪੜ ਕੋਲੇ ਵੀ ਆ ਰਿਹਾ ਕਿ ਇੱਕ ਸਿੰਘ ਬੜੀ ਮਿਹਨਤ ਕਰ ਰਿਹਾ, ਮੋਟਰਸਾਈਕਲ ਤੇ ਜਾ ਰਿਹਾ, ਜਿਹੜਾ ਆਸਟ੍ਰੇਲੀਆ ਤੋਂ ਹੈ ਸ਼ਾਇਦ, ਉਹ ਇਹਦੇ ਕਿਲੇ ਸੁਰਗਾਂ ਰੋਪੜ ਕੋਲੇ ਵੀ ਕਈ ਦਿਖਾਈਆਂ, ਬਲਕਿ ਮੈਂ ਪਿੱਛੇ ਕੋਸ਼ਿਸ਼ ਕੀਤੀ, ਅਸੀਂ ਲੋਕ ਵੀ ਹੋਰਾਂ ਚੱਕਰਾਂ ਜ਼ਿਆਦਾ ਪੈ ਜਾਂਦੇ ਆ ਕਈ ਵਾਰੀ, ਤੇ ਉੱਥੇ ਵੀ ਜਾ ਕੇ ਦੇਖੀਏ। ਉਹ ਕਹਿੰਦੇ ਸੀ ਵੀ ਇਹ ਵੀ ਮੇਰੀ ਸਰ ਤੁਹਾਨੂੰ ਰਿਕੁਐਸਟ ਹੈ ਕਿ ਜਿਹੜੇ ਵਿਅਕਤੀ ਬਾਬਾ ਬੰਦਾ ਬਹਾਦਰ ਤੇ ਨਿੱਠ ਕੇ ਕੰਮ ਕਰ ਰਹੇ ਆ ਨਾ, ਤੁਸੀਂ ਉਹਨਾਂ ਨੂੰ ਆਪਣੀ ਛਤਰ ਛਾਇਆ ਆਪਣੀ ਸੰਸਥਾ ਵੱਲੋਂ ਵੀ ਦਿਓ, ਤੇ ਉੱਥੇ ਤੁਹਾਡਾ, ਕਿਉਂਕਿ ਤੁਸੀਂ ਪੋਲੀਟੀਕਲੀ ਵੀ ਐਕਟਿਵ ਹੋ, ਸਰਕਾਰਾਂ ਤੇ ਵੀ ਤੁਹਾਡਾ ਜ਼ੋਰ ਪੈਂਦਾ, ਯੂਨੀਵਰਸਿਟੀਆਂ ਨੂੰ ਇਹਦੇ ਲਈ ਬਹੁਤ ਸਾਰੀ ਫੰਡਿੰਗ ਮਿਲ ਸਕਦੀ ਆ। ਇਹਦੇ ਤੇ ਬਾਬਾ ਬੰਦਾ ਬਹਾਦਰ ਤੇ ਕੰਮ ਹੋਣਾ ਸਿੱਖ ਕੌਮ ਲਈ ਘੱਟੋ ਘੱਟ ਇੰਨਾ ਜ਼ਰੂਰੀ ਆ ਕਿ ਜਿਹੜੇ ਇਤਿਹਾਸ ਦੇ ਉਹ ਵਰਕੇ ਜਿਹੜੇ ਗਲਤ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸੋਧਿਆ ਜਾਵੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਇਹਦੇ ਲਈ ਤੁਹਾਨੂੰ ਬਹੁਤ ਕੰਮ ਕਰਨਾ ਚਾਹੀਦਾ। ਠੀਕ ਹੈ, ਦਿਨ ਮਨਾਓ, ਦਿਨ ਇਕੱਲੇ ਮਨਾਉਣ ਨਾਲ ਨਹੀਂ, ਜਿਹੜੇ ਕਨਫਿਊਜ਼ਨ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ ਕਿਤਾਬਾਂ ਪੜ੍ਹਨੀਆਂ ਨਾ ਜੀ, ਬਿਲਕੁਲ ਠੀਕ, ਜਿਨ੍ਹਾਂ ਵਿੱਚ ਲਿਖਿਆ ਹੋਇਆ। ਹੁਣ ਭਾਈ ਪਰਮਾਨੰਦ ਕਹਿੰਦੇ ਆ ਕਿ ਜਦੋਂ ਬਾਬਾ ਬੰਦਾ ਸਿੰਘ ਆਉਂਦਾ ਸੀ, ਉਹ ਇਹ ਨਹੀਂ ਕਹਿੰਦੇ ਕਿ ਉਹਦੀ ਸ਼ਕਤੀ ਸੀ ਜਾਂ ਤਾਕਤ ਸੀ ਉਹਦੇ ਡੋਲਿਆਂ 'ਚ ਜਾਂ ਤਲਵਾਰ ਦੇ ਜ਼ੋਰ ਨਾਲ ਕਰਦਾ, ਕਹਿੰਦੇ ਉਹਦੇ ਕੋਲ ਜਾਦੂਮਈ ਸ਼ਕਤੀ ਸੀ, ਉਹ ਜਿੱਤ ਪ੍ਰਾਪਤ ਕਰ ਲੈਂਦਾ ਸੀ, ਉਹ ਕਿਸੇ ਹੋਰ ਨੂੰ ਨਵਾਬ ਬਣਾ ਕੇ ਆਪ ਪਿੱਛੇ ਹਟ ਜਾਂਦਾ ਸੀ ਤੇ ਸਿੱਖਾਂ ਕੋਲ ਸੰਭਾਲਿਆ ਨਹੀਂ ਸੀ ਜਾਂਦਾ। ਉਹ 2 ਮਹੀਨਿਆਂ ਬਾਅਦ ਫਿਰ ਮੁਗਲ ਖਾਲੀ ਕਰਾ ਲੈਂਦੇ ਸੀ। ਇਹ ਭਾਈ ਪਰਮਾਨੰਦ ਰਾਂ ਦੀ ਲਿਖਤ ਆ। ਤੇ ਬਾਬਾ ਬੰਦਾ ਬਹਾਦਰ ਬਾਰੇ ਕਹਿੰਦੇ ਕਿ ਉਹਨਾਂ ਨੂੰ ਉਹ ਮੰਡੀ 'ਚ ਆ ਕੇ ਕੈਦ ਕਰ ਲਿਆ, ਉਹ ਪਿੰਜਰੇ ਸਮੇਤ ਉੱਡ ਗਏ, ਉਹਨਾਂ ਨੂੰ ਜਾਦੂਗਰ ਬਣਾ ਕੇ ਪੇਸ਼ ਕਰਤਾ ਉਹਨਾਂ ਨੇ। ਫਿਰ ਉਹ ਵੀ ਕਹਿੰਦੇ ਆ ਕਿ ਉਹ ਜਿਹੜੀ ਮੈਂ ਗੱਲ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਤੇ ਸਿੱਖ ਹੈ ਹੀ ਨਹੀਂ ਸੀ, ਉਹ ਤਾਂ ਜੀ ਜਿਹੜੀ ਹਿੰਦੂ ਕੌਮ ਦੀ ਸ਼ਾਨ ਜਿਹੜੀ ਵਿਗੜੀ ਹੋਈ ਸੀ ਉਹਨੂੰ ਦਰੁਸਤ ਕਰਨ ਲਈ ਆਏ, ਤੇ ਹਿੰਦੂ ਲੋਕ ਆਏ ਉਹਨਾਂ ਦੇ ਨਾਲ। ਤੇ ਅੱਜ ਤੱਕ ਵੀ ਇਤਿਹਾਸ 'ਚ ਕਿਤੇ ਨਹੀਂ ਮਿਲਿਆ ਕਿ ਕੋਈ ਮੱਠਾਂ 'ਚ ਉੱਠ ਕੇ ਬਾਬੇ ਜਾਂ ਕੋਈ ਹੋਰ ਉਹਨਾਂ ਦੀ ਫੌਜ 'ਚ ਰਲ ਗਏ ਹੋਣ। ਕੋਈ ਇੱਕਾ ਦੁੱਕਾ ਮਿਸਾਲ ਹੋਵੇ ਤੁਹਾਡੇ ਕੋਲ ਤੇ ਤੁਸੀਂ ਵੀ ਦੱਸੋ। ਮੈਂ ਕਿਤੇ ਘੱਟੋ ਘੱਟ ਨਹੀਂ ਪੜਿਆ, ਸਿੱਖ ਜੋਧੇ ਹੀ ਗਏ, ਹੁਕਮਨਾਮੇ ਗੁਰੂਆਂ ਦੇ ਲੈ ਕੇ ਸਿੱਖ ਹੀ ਗਏ। ਨਹੀਂ, ਜਿਹੜੀ ਉਹਨਾਂ ਦੀ ਫੌਜ ਦੇ ਵਿੱਚ ਜਿੱਦਾਂ ਕਿ ਮੈਨੂੰ ਗਿਆਨ ਹੈ ਕਿ ਮੁਸਲਮਾਨ ਵੀ ਸੀ, ਸਿੱਖ ਵੀ ਸੀ, ਹਿੰਦੂ ਵੀ ਸੀ। ਸ੍ਰੀ ਖੰਡਾ ਇੱਕ ਸੋਨੀਪਤ ਕੋਲੇ ਡੇਰਾ ਹੈ, ਹਾਂਜੀ, ਉਹ ਡੇਰੇ ਦੀ 11ਵੀਂ ਪੀੜ੍ਹੀ ਚੋਂ ਡਾਕਟਰ ਰਾਜ ਸਿੰਘ ਨੇ, ਉਹ ਰਾਈਟਰ ਵੀ ਨੇ, ਅੱਜ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਉਹ ਕਾਰਪੋਰੇਟ ਦੇ ਵਿੱਚ ਬੜੇ ਵੱਡੇ ਅਫੀਸਰ ਨੇ, ਤੇ ਉਹ ਬਹੁਤ ਕੁਝ ਲਿਖਦੇ ਰਹਿੰਦੇ ਨੇ, ਦੱਸਦੇ ਰਹਿੰਦੇ ਨੇ। ਮਤਲਬ ਉੱਥੇ ਰਹਿ ਕੇ ਬਾਬਾ ਜੀ ਨੇ ਫੌਜ ਤਿਆਰ ਕੀਤੀ ਆਪਣੀ। ਫੌਜ ਕੀ ਸੀ? ਆਮ ਅਨਟ੍ਰੇਨਡ ਲੋਕ ਸੀਗੇ, ਜਿਹੜੇ ਆਮ ਲੋਕ ਹੀ ਨਾਲ ਜੋੜੇ, ਪਰ ਉਹਦੇ ਵਿੱਚ ਸਾਰੇ ਕਿਸਮ ਦੇ ਲੋਕ ਸੀ। ਉਹ 'ਚ ਮੁਸਲਮਾਨ ਵੀ ਸੀ, ਸਿੱਖ ਵੀ ਸੀ, ਹਿੰਦੂ ਵੀ ਸੀ। ਦੱਸਦੇ ਨੇ ਕਿ ਉਹ 5000 ਜਾਂ ਉਸ ਤੋਂ ਵੀ ਵਧੇ। ਤੇ ਜਿਹੜੀ ਉਹਨਾਂ ਨੇ ਟ੍ਰੇਨਡ ਫੌਜ ਨਾਲ ਲੜਾਈ ਲੜੀ ਤੇ ਉੱਥੇ ਬੈਠ ਕੇ ਫੌਜ ਤਿਆਰ ਕੀਤੀ। ਉੱਥੇ ਕੋਈ ਮੱਠਾਂ ਵਾਲੀ ਗੱਲ ਜਾਂ ਜਿਵੇਂ ਇਹ ਤਾਂ ਮੈਂ ਤਾਂ ਮੇਰੇ ਤਾਂ ਕੋਈ ਧਿਆਨ ਦੇ ਵਿੱਚ ਨਹੀਂ, ਕੋਈ ਸੁਣਨ 'ਚ ਨਹੀਂ ਆਉਂਦਾ, ਕਿਉਂਕਿ ਆਮ ਲੋਕਾਂ, ਕਿਉਂਕਿ ਬਾਬੇ ਬਾਰੇ ਤਾਂ ਆਮ ਹੀ ਕਿਹਾ ਜਾਂਦਾ ਕਿ ਉਹਨਾਂ ਨੇ ਆਮ ਲੋਕਾਂ ਨੂੰ ਇਕੱਠੇ ਕਰਕੇ ਮੁਗਲ ਸਾਮਰਾਜ ਦੇ ਨਾਲ ਲੜਾਈ ਲੜੀ। ਨਹੀਂ, ਜਦੋਂ ਲੁਕਾਈ ਦੁਖੀ ਹੁੰਦੀ ਹੈ ਜੀ, ਜੋ ਉਸ ਸਮੇਂ ਜਿਹੜੀਆਂ ਘਟਨਾਵਾਂ ਹੋਈਆਂ, ਬੀਬੀ ਨੂਰ ਕੌਰ ਵਾਲੀ ਘਟਨਾ ਬਾਰੇ ਸੁਣਦੇ ਆ ਕਿ ਉਹਨਾਂ ਨੇ ਉਹ ਸਾੜਤਾ ਜੀ ਕਰਤਾ, ਉਹਦੀ ਕਿਸ ਤਰ੍ਹਾਂ ਹੋਇਆ ਸੀ, ਉਹਦਾ ਕੱਢ ਕੇ ਉਹਨਾਂ ਨੇ ਦੁਬਾਰਾ ਉਹਦਾ ਕੀਤਾ, ਹੋਰ ਬਹੁਤ ਕੁਝ ਉਹਨਾਂ ਬਾਰੇ ਕਿਹਾ ਜਾਂਦਾ। ਪਰ ਨਾਲ ਦੀ ਨਾਲ ਇਹ ਵੀ ਮੈਨੂੰ ਯਾਦ ਹੈ, ਇੱਕ ਵਾਰੀ ਮਦੀਹਾ ਗੌਰ ਆਈ ਸੀਗੀ ਪਾਕਿਸਤਾਨ ਵਾਲੀ, ਉਹ ਬੁੱਲਾ ਨਾਟਕ ਲੈ ਕੇ ਆਈ ਅੰਮ੍ਰਿਤਸਰ ਦੇ ਵਿੱਚ। ਅਸੀਂ ਸਾਡੀ ਟੀਮ ਨੇ ਉਹਨੂੰ ਰਿਜੈਕਟ ਕੀਤਾ। ਉਹਨੇ ਕਿਹਾ ਕਿ ਉਹ ਸ਼ੁਰੂਆਤੀ ਦੌਰ ਦੇ ਵਿੱਚ ਪਟਿਆਲੇ ਉਹਦਾ ਬੰਦ ਹੋਇਆ, ਫਿਰ ਹੌਲੀ ਹੌਲੀ ਉਹਨੂੰ ਉਹ ਕੱਢਣਾ ਪਿਆ ਨਾਟਕ ਦੇ ਵਿੱਚੋਂ ਹਿੱਸਾ। ਉਹ ਬਾਬੇ ਬੰਦੇ ਬਹਾਦਰ ਨੂੰ ਮੰਜੇ ਥੱਲੇ ਲੁਕਦਾ ਦਿਖਾ ਰਹੇ ਆ, ਬੁੱਲੇ ਦੇ ਥੱਲੇ, ਤੇ ਉਹ ਕਹਿ ਰਹੇ ਕਿ ਮੈਂ ਇਦਾਂ ਕਰ ਰਿਹਾ, ਤੇ ਉਹ ਨਾਲ ਇਹ ਸਿੱਧ ਕਰ ਰਿਹਾ ਕਿ ਉਹਨੇ ਇੰਨੇ ਮੁਸਲਮਾਨ ਮਾਰਤੇ, ਪਿੰਡਾਂ ਦੇ ਪਿੰਡ ਸਾੜਤੇ, ਤਬਾਹ ਕਰਤੇ, ਉਹਨੂੰ ਇੱਕ ਜ਼ਾਲਮ ਦੇ ਤੌਰ ਤੇ ਪੇਸ਼ ਕਰ ਦਿੱਤਾ। ਇਹ ਵੀ ਦੱਸਿਆ ਜਾਂਦਾ ਕਿ ਗੁਰੂ ਸਾਹਿਬ ਦਾ ਵੀ ਆਦੇਸ਼ ਸੀ ਕਿ ਕੋਈ ਕਿਸੇ ਮਸਜਿਦ, ਕਿਸੇ ਹੋਰ ਕੋਈ ਨੁਕਸਾਨ ਨਾ ਹੋਵੇ। ਤੇ ਮੈਂ ਸਮਝਦਾ ਇਹ ਉਹਨਾਂ ਨੂੰ, ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਵੱਖ-ਵੱਖ ਰਾਈਟਰਾਂ ਨੇ ਆਪਣੇ ਹਿਸਾਬ ਨਾਲ ਜੋ ਪੇਸ਼ ਕਰਕੇ ਕਿਤੇ ਨਾ ਕਿਤੇ ਉਹਨਾਂ ਦੀ ਸ਼ਖਸੀਅਤ ਨੂੰ, ਉਹਨਾਂ ਦੀ ਬਹਾਦਰੀ ਨੂੰ, ਸੂਰਬੀਰਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਨਾ ਕਿ ਮੁਸਲਮ ਹਿੰਦੂ, ਵੇਖੋ ਉਹ ਤੇ ਜੇ ਸਿੱਖੀ ਕਿਸੇ ਧਰਮ ਦਾ ਨਾਂ ਤੇ ਹੈ ਹੀ ਨਹੀਂ ਸੀਗਾ। ਸਿੱਖੀ ਤੇ ਇੱਕ ਅੰਦੋਲਨ ਸੀ, ਇੱਕ ਜਦੋਜਹਿਦ ਸੀ ਉਹਦੇ ਵਿੱਚ। ਤੇ ਜੇ ਆਪਾਂ ਮੁੜ ਤੋਂ ਹੀ ਵੇਖ ਲਈਏ, ਸਾਡੇ ਗੁਰੂ ਸਾਹਿਬਾਂ ਤੋਂ ਵੀ ਵੇਖ ਲਈਏ, ਤੇ ਕਿਤੇ ਇਦਾਂ ਦੀ ਗੱਲ ਤੇ ਉਹਨਾਂ ਨੇ ਨਾ ਕੀਤੀ ਤੇ ਨਾ ਹੀ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਸੰਦੇਸ਼ ਦਿੱਤਾ। ਦੇਖੋ, ਦੋ ਗੱਲਾਂ ਮੈਂ ਸਮਝਦਾ ਜੀ।
ਇੱਕ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜਿੰਨਾ ਕੁ ਮੈਂ ਸਮਝਦਾ ਕਿ ਸਿੱਖ ਧਰਮ ਦੀ ਸ਼ੁਰੂਆਤ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਤਿਆਰ ਬਰ ਤਿਆਰ, ਸਿੰਘ ਤਿਆਰ ਹੋਣਾ, ਤੇ ਇਹ ਵੀ ਇੱਕ ਕਨਫਿਊਜ਼ਨ ਵਾਂਗੂ ਕਈ ਲੋਕ ਹੋਰ ਤਰੀਕੇ ਨਾਲ ਪੇਸ਼ ਕਰ ਦਿੰਦੇ ਨੇ, ਜਿਹੜਾ ਕਿ ਮੈਂ ਸਮਝਦਾ ਆਮ ਲੋਕਾਂ ਸਿੱਖ ਤਾਂ ਜਿਵੇਂ ਇੱਕ ਸਿਖਿਆਰਥੀ ਹੈ, ਵਿਦਿਆਰਥੀ ਹੈ, ਇਸੇ ਡੈਫੀਨੇਸ਼ਨ ਦੇ ਨਾਲ, ਪਰ ਉਹਨੂੰ ਜਿਵੇਂ ਅਸੀਂ ਆਪਣੇ ਆਪਣੇ ਢੰਗ ਦੇ ਨਾਲ ਪੇਸ਼ ਕਰਕੇ ਕਈ ਵਾਰੀ ਸਮਾਜ ਦੇ ਵਿੱਚ, ਕਿਉਂਕਿ ਉਸ ਟਾਈਮ ਤਾਂ ਇੱਕ ਲੜਾਈ ਕਿਹਦੇ ਨਾਲ, ਜ਼ੁਲਮ ਨਾਲ ਲੜਾਈ ਸੀ, ਮੁਗਲ ਸਾਮਰਾਜ ਦੇ ਨਾਲ ਲੜਾਈ ਸੀ। ਉੱਥੇ ਇਹ ਨਹੀਂ ਸੀ ਵੀ ਕਿਹੜੀ ਕੌਮ ਕਿਹੜੀ ਜਾਤ ਲੜ ਰਹੀ ਹੈ, ਜਿਹੜੇ ਲੋਕ ਵੀ ਆਮ ਲੋਕਾਂ 'ਚੋਂ ਇਕੱਠੇ ਹੋ ਕੇ ਉਹਨਾਂ ਨਾਲ ਖੜ੍ਹ ਗਏ ਤੇ ਖੜ੍ਹ ਕੇ ਉਹਨਾਂ ਨੇ ਜੋ ਉਹਨਾਂ ਦੇ ਗੁਰੂ ਸਾਹਿਬ ਦੇ ਆਦੇਸ਼ ਮੁਤਾਬਕ, ਉਹਨਾਂ ਦੇ ਉਪਦੇਸ਼ ਮੁਤਾਬਕ, ਉਹਨਾਂ ਦਾ ਜੋ ਉਹਨਾਂ ਦਾ ਢੰਗ ਤਰੀਕਾ ਸੀ, ਤੇ ਮੈਂ ਸਮਝਦਾ ਇੱਕ ਬੜਾ ਵੱਡਾ। ਬਾਬਾ ਜੀ ਹੋਰ ਵੀ ਕਈ ਇਸ ਤਰ੍ਹਾਂ ਦੇ ਸ਼ਖਸੀਅਤਾਂ ਹੈ ਨੇ ਜਿਨ੍ਹਾਂ ਨੂੰ ਸਿੱਖ ਕੌਮ ਨੇ ਉਹ ਬਣਦਾ ਮਾਣ ਨਹੀਂ ਦਿੱਤਾ। ਕਿਹਾ ਜਾਂਦਾ ਹੈ ਕਿ ਜਿਹੜੇ ਮੱਖਣ ਸ਼ਾਹ ਲਬਾਣਾ ਹਰਾਂ, ਜਿਨ੍ਹਾਂ ਦਾ ਗੁਰੂ ਲਾਦੋਰੇ ਵਾਲੀ ਗੱਲ ਤੇ ਅਸੀਂ ਬੜੇ ਜ਼ੋਰ ਨਾਲ ਕਹਿੰਦੇ ਹਾਂ, ਉਹਨਾਂ ਦਾ ਉਹਨਾਂ ਸਮਿਆਂ ਦੇ ਵਿੱਚ ਬਿਜ਼ਨਸ ਬੰਬੇ ਤੋਂ ਲੈ ਕੇ ਸਾਰੇ ਭਾਰਤ ਵਿੱਚ ਫੈਲਿਆ ਹੋਇਆ ਸੀਗਾ। ਜਿੰਨੇ ਮੁਗਲ ਫੌਜਾਂ ਸੀਗੀਆਂ ਉਹਨਾਂ ਦੀ ਰਾਸ਼ਨ ਦੀ ਡਿਊਟੀ ਵੀ ਉਹਨਾਂ ਦੀ ਹੁੰਦੀ ਸੀ, ਉਸ ਪਰਿਵਾਰ ਦੀ। ਜਿਹੜਾ ਲੋਹਗੜ੍ਹ ਵਾਲਾ ਕਿਲ੍ਹਾ ਬਣਿਆ ਹੁਣੇ, ਜਿਹੜੀ ਨਵੀਂ ਲੇਟੈਸਟ ਰਿਸਰਚ ਦੀ ਮੈਂ ਗੱਲ ਕਰ ਰਿਹਾ, ਉਹ ਜਿਹੜੇ PCS ਅਫਸਰ ਕਹਿ ਰਹੇ ਨੇ, ਮੈਂ ਤੁਹਾਨੂੰ ਵੀਡੀਓ ਭੇਜ ਦਾਂਗਾ ਤੁਹਾਡੇ ਨੰਬਰ ਤੇ, ਉਹ ਕਹਿ ਰਹੇ ਨੇ ਕਿ ਉੱਥੇ ਉਸ ਪਰਿਵਾਰ ਨੇ ਉਹ ਲੋਹਗੜ੍ਹ ਵਾਲੇ ਕਿਲ੍ਹੇ 'ਚ ਖੂਹ ਮਿਲਿਆ, ਪਹਾੜ ਦੇ ਵਿੱਚ ਖੂਹ 'ਚੋਂ ਪਾਣੀ ਕੱਢਣਾ ਤੁਸੀਂ ਜਾਣ ਸਕਦੇ ਹੋ ਕਿੰਨਾ ਔਖਾ ਤੇ ਵੱਡਾ ਕੰਮ ਹੈ। ਉਹ ਕਹਿੰਦੇ ਕਿਲ੍ਹਾ ਬਣਾਉਣਾ ਸੌਖਾ, ਪਰ ਇੱਕ ਖੂਹ ਉੱਥੇ ਬਣਾਉਣਾ ਬਹੁਤ ਔਖਾ ਸੀਗਾ। ਇਸ ਤਰ੍ਹਾਂ ਦੇ ਕਿਲ੍ਹੇ ਬਣਾਉਣ ਦੇ ਵਿੱਚ ਉਹ ਲਬਾਣਾ ਪਰਿਵਾਰ ਨੇ ਬਹੁਤ ਮਦਦ ਕੀਤੀ, ਤੇ ਮੱਖਣ ਸ਼ਾਹ ਲਬਾਣਾ ਨੂੰ ਸਵਾਏ ਅਸੀਂ ਇਸ ਗੱਲ ਤੋਂ ਗੁਰੂ ਲਾਦੋਰੇ ਤੋਂ ਅੱਗੇ ਨਹੀਂ ਤੋਰਿਆ। ਉਹਨਾਂ ਦੀ ਜੋ ਕੰਟਰੀਬਿਊਸ਼ਨ ਭਾਈ ਮਨੀ ਸਿੰਘ ਤੱਕ, ਉਹ ਸਾਰੇ ਲਬਾਣਾ ਪਰਿਵਾਰਾਂ 'ਚੋਂ ਆਏ ਨਾ, ਉਹਨਾਂ ਦੀਆਂ ਸ਼ਹੀਦੀਆਂ, ਉਹਨਾਂ ਦਾ ਗੁਰੂ ਸਾਹਿਬਾਂ ਨਾਲ ਲੰਬਾ ਸਮਾਂ ਸਾਥ, ਪੀੜ੍ਹੀ ਦਰ ਪੀੜ੍ਹੀ ਬਹੁਤ ਵੱਡੀ। ਔਰ ਜਿਹੜਾ ਸਿੱਖ ਕਾਲ ਦਾ ਅਸੀਂ ਸੁਨਹਿਰੀ ਯੁੱਗ ਕਹਿੰਦੇ 18ਵੀਂ ਸਦੀ, ਜਦੋਂ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ, ਤੇ ਘੋੜੇ ਦੀਆਂ ਕਾਠੀਆਂ ਕੋਈ ਪਰਿਵਾਰ ਨਹੀਂ ਸੀ ਤੇ ਜੰਗਲਾਂ 'ਚ ਰਹਿੰਦੇ ਸੀ, ਉਹਨਾਂ ਸਮਿਆਂ 'ਚ ਉਹ ਪਰਿਵਾਰ ਫਾਈਨੈਂਸ਼ੀਅਲ ਜਿੱਦਾਂ ਮਦਦ ਕਰਦਾ ਰਿਹਾ। ਤੇ ਇਹ ਵੀ ਆਪਾਂ ਪੜ੍ਹਦੇ ਹਾਂ। ਤੁਸੀਂ ਦੀਵਾਨ ਟੋਡਰਮਲ ਤੇ ਮੋਤੀਰਾਮ ਮਹਿਰੇ ਦੀ ਗੱਲ ਕਰੀਏ, ਦੀਵਾਨ ਟੋਡਰਮਲ ਦੀ ਅੱਜ ਹਵੇਲੀ ਐਂ ਕਰਮ ਬਣੀ ਖੜੀ ਹੈ, ਉਹ ਸ਼ੀਸ਼ੇ ਜੜਾਉਣ ਵਾਲੀ ਹੈ, ਉਹ ਇਤਿਹਾਸ ਲੋਕਾਂ ਨੂੰ ਦੱਸਣ ਦੀ ਲੋੜ ਹੈ। ਮੋਤੀਰਾਮ ਮਹਿਰਾ ਉਹਦਾ ਹੁਣ ਮੈਂ ਜਿਹੜੀ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਉੱਥੇ ਉਹਨਾਂ ਮੈਂ ਸਮਝਦਾ ਕਿ ਉਹ ਜਿਹੜਾ ਅੱਜ ਦੇ ਸਾਡੇ ਲੋਕ ਨੇ, ਚਾਹੇ ਉਹ ਕਿਸੇ ਵੀ ਵੱਡੀਆਂ ਸੰਸਥਾਵਾਂ ਤੇ ਕਾਬਜ ਨੇ, ਜਿਹੜਾ ਉਹੀ ਹੈ ਕਿ ਉਹਨਾਂ ਨੇ ਮੋਤੀਰਾਮ ਮਹਿਰਾ ਨੂੰ ਮੈਂ ਸਮਝਦਾ ਉਹ ਮਾਣ ਨਹੀਂ ਦਿੱਤਾ, ਸਤਿਕਾਰ ਨਹੀਂ ਦਿੱਤਾ ਇਤਿਹਾਸ ਦੇ ਵਿੱਚ। ਦੀਵਾਨ ਟੋਡਰਮਲ ਜਿਹਨੇ ਅਰਬਾਂ ਦੀ ਉਹਦੀ ਜਿਹੜਾ ਗਿਣਿਆ ਜਾਂਦਾ ਕਿ ਅਸ਼ਰਫੀਆਂ ਖੜੀਆਂ ਕਰਕੇ ਜੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਉਸ ਸਮੇਂ ਇੱਦਾਂ ਕੁਝ ਕੀਤਾ ਹੋਵੇ, ਤੇ ਅੱਜ ਇੱਕ ਬਿਹਾਰ ਦਾ ਬੰਦਾ, ਮੈਂ ਉੱਥੇ 10 ਵਾਰੀ ਜਾਇਆ ਹਾਂ, ਉਹ ਜਿਹੜੀ ਹਵੇਲੀ ਖੜੀ ਹੈ, ਆਪਾਂ ਸਾਰਾ ਵੇਖਿਆ। ਹਾਂ, ਦੇ ਉੱਥੇ ਉਹਨਾਂ ਨੇ ਕੁਛ ਪੈਸਿਆਂ 'ਚ ਉਹਦਾ ਕੋਈ ਠੇਕਾ ਦਿੱਤਾ ਸੀ, ਉੱਥੇ ਥੱਲੇ ਨਿਊਆਂ ਜਿਹੀਆਂ ਭਰੀਆਂ ਹੋਈਆਂ ਨੇ, ਇੱਕ ਬਿਹਾਰੀ ਬੰਦਾ ਬੈਠਾ, ਬਲਕਿ ਮੇਰੀ ਡੈਰੀ 'ਚ ਉਹਦਾ ਐਡਰੈਸ ਵੀ ਲਿਖਿਆ, ਫੋਨ ਨੰਬਰ ਵੀ ਲਿਖਿਆ ਸੀ, ਤੇ ਉਹ ਬਿਹਾਰੀ ਬੈਠਾ, ਉਹਨੂੰ ਵੀ ਘੱਟੋ ਘੱਟ 7-8 ਸਾਲ ਹੋ ਗਏ। ਉਹ ਕਹਿੰਦਾ ਜੀ ਜਦੋਂ ਇਹਨਾਂ ਦੀ ਕੋਈ ਕਹਿੰਦਾ ਪੇਮੈਂਟ ਨਹੀਂ ਹੋਈ, ਕੀ ਨਹੀਂ ਹੋਇਆ, ਉਸ ਤੋਂ ਬਾਅਦ ਉਹਨਾਂ ਕੁ ਕੰਮ ਕੀਤਾ ਤੇ ਉਹ ਬੰਦਾ ਹਿਮਾਚਲ ਚਲਿਆ ਗਿਆ, ਠੇਕਾ ਉਹਦਾ ਕਹਾਂ ਚੱਲ ਪਿਆ। ਇਹ ਗੱਲ ਕਈ ਸਾਲਾਂ ਦੀ ਹੈ ਜਿਹੜੀ ਉਹਨੇ ਮੈਨੂੰ ਦੱਸੀ। ਉਹ ਜਿਹੜਾ ਬਿਹਾਰੀ ਇੱਕ ਉੱਥੇ ਚੌਕੀਦਾਰ ਵਾਂਗੂ ਬੈਠਾ। ਮੇਰਾ ਮਤਲਬ ਐਡੀ ਵੱਡੀ ਦੇਣ ਹੋਵੇ ਦੀਵਾਨ ਟੋਡਰਮਲ ਦੀ, ਹੈ ਜੀ। ਮੋਤੀਰਾਮ ਮਹਿਰੇ ਨੂੰ ਅਸੀਂ ਕਿੰਨਾ ਕੁ ਯਾਦ ਕਰਦੇ ਹਾਂ, ਦੀਵਾਨ ਟੋਡਰਮਲ ਨੂੰ ਕਿੰਨਾ ਕੁ ਯਾਦ ਕਰਦੇ ਹਾਂ, ਤੇ ਅੱਜ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੂੰ ਯਾਦ ਕਰਨਾ ਤੇ ਲੋਕਾਂ 'ਚ ਲੈ ਕੇ ਜਾਣਾ, ਇਹ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਮੈਂ ਤਾਂ ਕਹਿੰਦਾ ਨਹੀਂ ਕਦੇ ਵੀ ਨਹੀਂ, ਮੈਂ ਤਾਂ ਕਿਸੇ ਨੂੰ ਕਹਿੰਦਾ ਕਿ ਉਹਨਾਂ ਦੀਆਂ ਆਪਣੀਆਂ ਡਿਊਟੀਆਂ ਨੇ, ਉਹਨਾਂ ਦੇ ਫਰਜ਼ ਬਣਦੇ ਨੇ, ਅਸੀਂ ਜਿੰਨੇ ਕੁ ਜੋਗੀਆਂ ਕਰੀ ਜਾਂਦੇ। ਮੇਰੀ ਤਾਂ ਇਹੀ ਥਿਊਰੀ ਹੈ, ਮੈਂ ਚੱਕਰ 'ਚ ਪੈਂਦਾ ਨਹੀਂ। ਕਿਸਾਨ ਜਥੇਬੰਦੀਆਂ ਨੇ ਇੱਕ ਬੜਾ ਵੱਡਾ ਮੂਵਮੈਂਟ ਲੜੀ ਆ, ਉਹਦੇ ਵਿੱਚ ਇਹਨਾਂ ਸਾਰੀਆਂ ਸ਼ਖਸੀਅਤਾਂ ਨੂੰ ਯਾਦ ਕੀਤਾ ਗਿਆ। ਬਾਬਾ ਬੰਦਾ ਬਹਾਦਰ ਨੂੰ, ਬਾਬਾ ਬੰਦਾ ਬਹਾਦਰ ਜੀ ਦਾ ਥਾਂ ਇਹਨਾਂ ਦੇ ਚਿੱਤਰ ਲੱਗਿਆ ਹੁੰਦਾ ਸੀ ਜਿੱਥੇ ਕਿਸਾਨੀ ਸੰਘਰਸ਼ ਦੇ। ਮੈਂ ਤੁਹਾਨੂੰ ਇਹੀ ਗੱਲ ਕਰਨ ਲੱਗਾ, ਜੇ ਬਾਬਾ ਬੰਦਾ ਬਹਾਦਰ ਸਾਹਿਬ ਦਾ ਜੇ ਸਭ ਤੋਂ ਵੱਡਾ ਦੇਣ ਜਿਹੜੀ ਆ ਪੰਜਾਬ ਨੂੰ, ਤੇ ਖਾਸ ਕਰਕੇ ਉਸ ਭਾਈਚਾਰੇ ਨੂੰ ਜਿਹੜਾ ਅੱਜ ਕੱਲ ਕਿਸਾਨੀ ਦੀ ਲੰਬੜਦਾਰੀ ਅਸੀਂ ਸੰਭਾਲ ਕੇ ਬੈਠੇ, ਜਿਹਨੂੰ ਜੱਟ ਕਹਿੰਦੇ ਆਪਾਂ, ਉਸ ਬਰਾਦਰੀ ਨੂੰ ਇੱਕ ਤੁਸੀਂ ਕਹਿ ਲਓ ਕਿ ਕਾਮਿਆਂ ਤੋਂ ਸਰਦਾਰ ਬਣਾ ਦਿੱਤਾ। ਬਿਲਕੁਲ ਠੀਕ ਹੈ, ਬਿਲਕੁਲ। ਤੇ ਉਹਨਾਂ ਨੂੰ ਤੇ ਆਸਾਨ ਫਰਾਮੋਸ਼ ਹੋਣਾ ਹੀ ਨਹੀਂ ਚਾਹੀਦਾ, ਨਹੀਂ ਹੋਣਾ ਚਾਹੀਦਾ। ਤੇ ਪੰਜਾਬ 'ਚ ਡੋਮੀਨੇਟ ਵੀ ਉਹ ਕੌਮ ਕਰਦੀ ਹੋਵੇ, ਤੇ ਬੰਦਾ ਬਹਾਦਰ ਕਿੱਦਾਂ ਪਿੱਛੇ ਰਹਿ ਜੇ? ਗੱਲ ਤਾਂ ਹੈ ਵੀ ਇਹੀ ਤਾਂ ਗੱਲਾਂ ਨੇ। ਮੈਂ ਕੱਲ ਇੱਥੇ ਬੋਲਦੇ ਨੇ ਵੀ ਕਿਹਾ ਸੀ ਪਰਸੋਂ, ਬਈ ਆਪਾਂ ਇੱਕ ਪਾਸੇ ਕਿਸਾਨੀ ਦਾ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਹੈ ਜੀ,
ਤੇ ਅੱਜ ਅਸੀਂ ਜ਼ਮੀਨਾਂ ਦੇ 100 ਏਕੜ 50 ਏਕੜ ਦੇ ਮਾਲਕਾਂ ਤੇ ਕਿਤੇ ਕਣਕ ਦੀ ਬੋਰੀ ਗੁਰਦੁਆਰੇ ਦੇਣ ਨੂੰ ਤਿਆਰ ਨਹੀਂ, ਕਿ ਅੱਜ ਅਸੀਂ ਬਾਬਾ ਜੀ ਦੇ ਨਾਂ ਤੇ ਲੰਗਰ ਲਈ ਕੱਢੇ ਨੇ। ਤੇ ਇਹ ਸਾਡੇ ਤਾਂ ਹੁਣ ਲੋਕਾਂ ਦੀ ਸੋਚ ਕਿਸ ਪਾਸੇ ਨੂੰ ਜਾ ਰਹੀ ਆ। ਇੱਕ ਪਾਸੇ SP ਸਿੰਘ ਬਰਾਏ ਵਰਗੇ ਜਿਹੜੇ 40 ਲੱਖ ਰੁਪਏ ਸਾਡੇ ਉੱਤੇ ਖਰਚ ਕੇ ਆਏ ਨੇ, ਤੇ ਸਾਨੂੰ ਸਰਕਾਰ ਨੇ ਵੀ ਮਦਦ ਕੀਤੀ ਆ। ਮੈਂ ਸਹੀ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਆ ਉੱਥੇ ਲਈ, ਉਹਨਾਂ ਨੇ ਉੱਥੇ ਸਟੈਚੂ ਬਣਾਇਆ ਸਰਹੰਦ, ਪਰ ਮੈਂ ਸਮਝਦਾ ਫਿਰ ਵੀ ਛੋਟੇ ਕੰਮ ਨੇ। 4 ਗੇਟ ਉਹਨਾਂ ਨੇ ਇਤਿਹਾਸਕ ਬਣਾਏ। ਨਹੀਂ ਜੀ, ਉਹ ਤਾਂ ਕਲੇਮ ਅਕਾਲੀ ਵੀ ਕਰਨਗੇ, ਉਹਨਾਂ ਨੇ ਚੱਪੜ ਚਿੜੀ ਬਣਾਤਾ ਸੀ। ਹਾਂ ਨਹੀਂ ਬਣਾਇਆ, ਨਹੀਂ ਉਹ ਕਲੇਮ ਉਹ ਵੀ ਸੁਣੋ ਮੈਂ ਸਿਆਸਤ ਨਹੀਂ ਜਾਂਦਾ, ਮੈਂ ਤਾਂ ਬਾਦਲ ਸਾਹਿਬ ਨੂੰ ਸਲੂਟ ਕਰਦਾ। ਹੋਰ ਦੱਸੋ, ਮੈਂ ਨਹੀਂ ਜਾਂਦਾ, ਮੈਂ ਇਸ ਮਾਮਲੇ 'ਚ ਬਿਲਕੁਲ ਹੀ ਨਹੀਂ, ਕੋਈ ਮਤਲਬ ਨਹੀਂ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਬਣਿਆ, ਉਹ ਚੱਪੜ ਚਿੜੀ ਦਾ ਕਿਵੇਂ ਬਣਿਆ, ਪਰ ਮੈਂ ਉਹ ਵੀ ਨਹੀਂ ਦੱਸਣਾ ਚਾਹੁੰਦਾ, ਕੋਈ ਬੜਾ ਚੱਕਰ, ਕੋਈ ਏਡੀ ਗੱਲ ਨਹੀਂ। ਉਹਨੂੰ ਸੁਖਬੀਰ ਬਾਦਲ ਨੇ ਇਹ ਕਿਹਾ ਸੀ, ਇਹ ਚਿੜੀ ਚੁੜੀ ਕੀ ਆ ਮੈਂ ਨਹੀਂ ਜਾਣਦਾ, ਜਗਬਾਣੀ ਦੇ ਫਰੰਟ ਪੇਜ ਤੇ ਲੱਗੀ ਸੀ ਆਹ ਖਬਰ ਜੋ ਮੈਂ ਕਹਿ ਰਿਹਾ। ਇਹ ਸਿਆਸਤ ਨਹੀਂ, ਮੈਂ ਤੁਹਾਨੂੰ ਵੈਸੇ ਇਸ ਲਈ ਦੱਸਦਾ। ਫਿਰ ਉੱਥੋਂ ਦੇ ਚੰਡੀਗੜ੍ਹ ਦੇ ਕੁਝ ਅਫੀਸਰ, ਰਿਟਾਇਰਡ ਅਫੀਸਰ, ਉਹ ਬਾਦਲ ਸਾਹਿਬ ਨੂੰ ਮਿਲੇ। ਉਹਨਾਂ ਨੇ ਦੱਸਿਆ ਜੋ ਉਹਨਾਂ ਦੇ ਚੱਕ ਫਤਿਹ ਸਿੰਘ ਦੇ ਨਾਲ ਰਿਸ਼ਤਾ ਹੈ, ਚੱਕ ਫਤਿਹ ਸਿੰਘ ਸਹੁਰੇ ਨੇ, ਤੇ ਉਹ ਕਿਵੇਂ ਰਿਸ਼ਤਾ ਜੁੜਿਆ, ਕਿਵੇਂ ਕੀਤਾ, ਕਿਵੇਂ 2-2 ਕਿੱਲੇ 4 ਕਿੱਲੇ ਤੋਂ ਵਧਾ ਕੇ, ਪਰ ਮੈਂ ਕਹਿੰਦਾ ਕਿਵੇਂ ਵੀ ਹੋਇਆ, ਜਦੋਂ ਰਿਸ਼ਤਾ ਨਿਕਲਿਆ ਫਿਰ ਚਿੜੀ ਤੋਂ ਬਾਜ ਬਣ ਗਏ। ਬਸ ਫਿਰ ਉਹ ਬਣ ਗਈ। ਪਰ ਵੱਡੀ ਗੱਲ ਬਣਾਉਣਾ, ਮੈਂ ਇਹ ਵੀ ਨਾਲ ਗਿੱਲ ਸਾਹਿਬ, ਵੱਡੀ ਗੱਲ ਹੈ ਕਿ ਬਾਦਲ ਸਾਹਿਬ ਨੇ ਇਤਿਹਾਸ ਨੂੰ ਸਾਂਭਿਆ, ਬਣਾਇਆ। ਅੱਜ ਉੱਥੇ ਸੈਂਕੜੇ ਲੋਕ ਤਾਂ ਜਾਂਦੇ ਹੀ ਨੇ, ਜਿਹੜੇ ਜਾ ਕੇ ਉੱਥੇ ਰੋਜ਼ਾਨਾ ਦੇਖਦੇ ਨੇ, ਇਤਿਹਾਸ ਨਾਲ ਜੁੜਦੇ ਨੇ। ਤੇ ਮੈਂ ਸਮਝਦਾ ਬਾਦਲ ਸਾਹਿਬ ਨੇ ਵਧੀਆ ਕੰਮ। ਟਾਈਮ ਆਪਣਾ ਮੁੱਕ ਗਿਆ, ਦੂਜੀ ਆਉਣ ਵਾਲੇ ਡਾਕਟਰ ਸ਼ਾਰਦਾ ਰਾਣੀ ਨਾਲ ਗੱਲ ਕਰਨੀ ਆ। ਮੈਂ ਤੁਹਾਡੇ ਕੋਲ ਇੱਕ ਚੀਜ਼ ਜਾਣਨੀ ਚਾਹੁੰਦਾ। ਅਖੀਰ ਦੇ ਵਿੱਚ ਇੱਕ ਫਿਲਮ ਬਣੀ ਸੀ ਬਾਬਾ ਬੰਦਾ ਬਹਾਦਰ ਤੇ, ਉਹਦੇ ਵਿੱਚ ਜਿਹੜੇ ਇਤਿਹਾਸਕ ਤੌਰ ਤੇ ਜਿਹੜੇ ਇਤਿਹਾਸਕ ਫਿਲਮਾਂ ਬਣਦੀਆਂ ਉਹਦਾ ਬੜਾ ਵੱਡਾ ਰੋਲ ਹੁੰਦਾ। ਖਾਸ ਕਰਕੇ ਜਿਹੜੀ ਐਨੀਮੇਸ਼ਨ ਫਿਲਮ ਬਣਦੀ ਆ, ਉਹ ਬੱਚੇ ਉਹਨੂੰ ਬਹੁਤ ਸ਼ੌਕ ਨਾਲ ਦੇਖਦੇ ਆ, ਤੇ ਬਾਲਮਨ ਇਹੋ ਜਿਹਾ ਹੁੰਦਾ ਉਹਦੇ ਦਿਮਾਗ 'ਚ ਜਿਹੜੀ ਗੱਲ ਪੈ ਜਾਏ ਉਹ ਨਿਕਲਦੀ ਨਹੀਂ। ਤੁਸੀਂ ਉਹ ਫਿਲਮ ਦੇਖੀ ਸੀ? ਹਾਂ। ਉਹਦੇ ਵਿੱਚ ਕੋਈ ਇਤਿਹਾਸਕ ਗਲਤੀਆਂ ਤੁਹਾਨੂੰ ਲੱਗੀਆਂ? ਮੈਂ ਜ਼ਿਆਦਾ ਕੋਈ, ਮੈਂ ਕਹਾਂ ਵੀ ਬਾਹਲੀ ਬਰੀਕੀ ਨਾਲ ਕੋਈ ਮੈਨੂੰ ਕੋਈ ਜ਼ਿਆਦਾ ਨਹੀਂ ਲੱਗਿਆ, ਮੈਨੂੰ ਕੁਛ ਨਹੀਂ ਲੱਗਿਆ ਗਲਤ। ਅੱਛਾ, ਚਲੋ ਕਿਤੇ ਫਿਰ ਆਪਣਾ ਮੌਕਾ ਮਿਲੂ, ਆਪਾਂ ਗੱਲਾਂ ਬਾਤਾਂ ਕਰਾਂਗੇ। ਸਮਾਂ ਨਹੀਂ, ਆਪਾਂ ਤੁਹਾਡਾ ਨੰਬਰ ਉੱਤੇ ਤੁਹਾਨੂੰ ਤੁਹਾਡੇ ਤੋਂ ਵੀ ਗੱਲ ਕਰ ਲਾਂਗੇ। ਤੁਸੀਂ ਬੜਾ ਵੱਡਾ ਕੰਮ ਕਰ ਰਹੇ ਹੋ ਬਾਬਾ ਜੀ, ਤੇ ਤੁਸੀਂ ਇਸ ਪਲੇਟਫਾਰਮ ਦੇ ਰਾਹੀਂ ਕੋਈ ਸੁਨੇਹਾ ਆਪਣੇ ਭੈਣ ਭਰਾਵਾਂ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ, ਹਿੰਦੂਆਂ ਨੂੰ, ਮੁਸਲਿਮ ਨੂੰ, ਕਿ ਬੰਦਾ ਬਹਾਦਰ ਨੂੰ ਕਿਸ ਤਰੀਕੇ ਨਾਲ ਪੂਜੀਏ? ਮੈਂ ਤਾਂ ਇਹ ਕਹਿਣਾ ਜੀ, ਜਿਵੇਂ ਕਿਹਾ ਕਿ ਇੱਥੇ ਜ਼ਰੂਰ ਗੁਰਦੁਆਰਾ ਕਮੇਟੀਆਂ ਧਿਆਨ ਦੇਣ ਕਿ ਬਾਬਾ ਜੀ ਦਾ ਇੱਕ ਦਿਹਾੜਾ ਜ਼ਰੂਰ ਮਨਾਇਆ ਕਰਨ। ਟੋਰਾਂਟੋ, ਜਿੱਥੇ ਤੱਕ ਵੀ ਤੁਹਾਡੇ ਚੈਨਲ ਰਾਹੀਂ ਮੇਰੀ ਆਵਾਜ਼ ਜਾਂਦੀ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਦਾ। ਬਾਕੀ ਜਦੋਂ ਪੰਜਾਬ ਆਓ, ਕਿਉਂਕਿ ਉਹ ਇੱਕ ਛੋਟਾ ਜਿਹਾ ਉਪਰਾਲਾ ਸੀ, ਸ਼ਬਦ ਪ੍ਰਕਾਸ਼ ਅਜਾਇਬ ਘਰ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ ਨੇ 6 ਗੁਰੂ, 15 ਭਗਤ, 11 ਭੱਟ, 4 ਗੁਰਸਿੱਖਾਂ ਦੀ ਬਾਣੀ ਹੈ, ਉਹਨਾਂ ਦੇ ਫੋਟੋ ਚਿੱਤਰ ਤੇ ਗੁਰਬਾਣੀ ਦੇ ਸ਼ਬਦ। ਜਦ ਨੈਕਸਟ ਤੁਹਾਡੇ ਕੋਲ ਆਵਾਂਗੇ ਇੱਕ ਬੁੱਕ ਲੈ ਕੇ ਆਊਂਗਾ ਮੈਂ, ਤੇ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਾਲਤਾ, ਮਹਾਨਤਾ ਇਸੇ ਨਾਲ ਆ ਕਿ ਜਿਹੜੇ ਬਾਣੀਕਾਰ ਆ ਅਸੀਂ ਸਭ ਨੂੰ ਯਾਦ ਕਰੀਏ, ਸਾਰਿਆਂ ਨੂੰ ਯਾਦ ਕਰੀਏ, ਕਿਉਂਕਿ ਲੋਕਾਂ ਦੇ ਵਿੱਚ, ਸਮੁੱਚੇ ਵਿਸ਼ਵ ਦੇ ਵਿੱਚ ਇੱਕ ਅੱਛਾ ਮੈਸੇਜ ਆ। ਬਾਬਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਵੈਸੇ ਅਸੀਂ ਆਪਣੇ ਪਲੇਟਫਾਰਮ ਤੋਂ ਭਗਤ ਜਨਾਂ ਦੀ ਬਾਣੀ ਦੇ ਉੱਤੇ ਲੜੀਵਾਰ ਅਸੀਂ ਕਰ ਰਹੇ ਹਾਂ। ਸਿੱਖ ਸਕਾਲਰ ਡਾਕਟਰ ਗੁਰਨਾਮ ਕੌਰ ਸਾਨੂੰ ਹਰ ਹਫ਼ਤੇ ਆਉਂਦੇ ਆ। ਹੁਣ ਤੱਕ ਅਸੀਂ 9 ਜਾਂ 10 ਭਗਤਾਂ ਦੀ ਬਾਣੀ ਦੇ ਉੱਤੇ ਚਰਚਾ ਕਰ ਚੁੱਕੇ ਹਾਂ, ਤੇ ਲਗਾਤਾਰ ਅਸੀਂ ਕਰ ਰਹੇ ਹਾਂ। ਜੇ ਤੁਹਾਡਾ ਇੰਟਰਸਟ ਹੋਏਗਾ ਤਾਂ ਮੈਂ ਤੁਹਾਨੂੰ ਆਪਣੇ ਐਪੀਸੋਡ ਉਹ ਵੀ ਭੇਜ ਦਿਆਂਗੇ। ਲੜੀਵਾਰ ਅਸੀਂ ਕਰ ਰਹੇ ਹਾਂ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਕਿ ਸਿੱਖ ਧਰਮ ਦੀਆਂ ਜਿਹੜੀਆਂ ਅਸਲ 'ਚ ਮਰਿਆਦਾ ਨੇ ਉਹਨਾਂ ਦੀ ਪਾਲਣਾ ਹੋਵੇ, ਨਾ ਕਿ ਜਿਸ ਤਰੀਕੇ ਨਾਲ ਬਾਕੀ ਧਰਮਾਂ ਵਾਂਗੂ ਸੌੜਾਪਣ ਕਰੀਏ, ਇੱਕ ਦੂਜੇ ਨੂੰ ਨੀਵਾਂ ਦਿਖਾਈਏ, ਉਹ ਨਾ ਕਰੀਏ। ਸੋ ਬੰਦਾ ਬਹਾਦਰ ਦੇ ਸ਼ਖਸੀਅਤ ਬਾਰੇ ਸਾਨੂੰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਤੁਸੀਂ ਵੀ ਉਹਨਾਂ ਗੱਲਾਂ ਨੂੰ ਮੰਨਦੇ ਹੋ ਤੇ ਉਹਨਾਂ ਨੂੰ ਅੱਗੇ ਲੈ ਕੇ ਚੱਲ ਰਹੇ ਹੋ। ਤੁਹਾਡਾ ਬਹੁਤ ਧੰਨਵਾਦ ਹੈ, ਬਹੁਤ ਸ਼ੁਕਰੀਆ। ਥੈਂਕ ਯੂ, ਸਤਿ ਸ਼੍ਰੀ ਅਕਾਲ। ਧਰਤੀ ਨਾਲ ਜੁੜੇ ਲੋਕਾਂ ਲਈ ਇੱਕ ਵਿਲੱਖਣ ਪ੍ਰੋਗਰਾਮ, ਮੇਰੀ ਧਰਤੀ ਮੇਰੇ ਲੋਕ। ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ, ਆਪਣਾ ਮਾਣ। पंजाब करा की सिफत तेरी शाना दे सब सामान तेरे, जल पौन तेरा हरियाल तेरी दरिया पर्वत मैदान तेरे।